ਕਈ ਕਸਟਮਰਾਂ ਦੇ ਪ੍ਰੋਬਲਮਸ ਆਉਂਦੀਆਂ ਅੱਗੇ ਉਹਨਾਂ ਕੋਲ ਰਸੀਟ ਨਹੀਂ ਹੁੰਦੀ ਹੈ ਤਾਂ ਲੋਕੀ ਜੈਨੂਇਨਲੀ ਵੀ ਜੇ ਕਹਿੰਦੇ ਸਾਡੀ $700-800 ਦੀ ਕਾਰ ਸੀਟ ਸੀਗੀ, ਬੂਸਟਰ ਸੀਗਾ, ਕੁਝ ਵੀ ਸੀਗਾ, ਸਨਗਲਾਸਿਸ ਸੀਗੇ, ਜੋ ਵੀ ਸੀਗਾ, ਕੰਪਨੀ ਕੋਲ ਪ੍ਰੂਫ ਨਹੀਂ ਹੁੰਦਾ। ਅ ਲੋਟ ਆਫ ਟਾਈਮਸ ਉਹ ਐਕਸਟਰਾ ਚੀਜ਼ਾਂ ਨੂੰ ਨਹੀਂ ਕੇਟਰ ਕਰਦੇ ਕਿਉਂਕਿ ਅੱਜ ਕੱਲ੍ਹ ਉਹ ਆਲਰੇਡੀ ਇੰਨੇ ਵੱਧ ਕਲੇਮ ਰੇਸ਼ੀਓਜ਼ ਹੋ ਗਏ ਹੈ ਕਿ ਐਕਸਟਰਾ ਚੀਜ਼ਾਂ ਸਿਰਫ ਵਰਡ ਆਫ ਮਾਊਥ ਦੇ ਬੇਸਿਸ ਤੇ ਉਹ ਨਹੀਂ ਕਵਰ ਕਰਦੇ। ਇੰਸ਼ੋਰੈਂਸ ਬਾਰੇ ਇੱਕ ਚੀਜ਼ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੰਸ਼ੋਰੈਂਸ ਦਾ ਕਾਰਨ ਕੋਈ ਕੋਲੀਜਨ ਜਾਂ ਕੋਈ ਥੈਫਟ ਜਾਂ ਕੁਝ ਇੱਦਾਂ ਦਾ ਕਾਰਨ ਹੋਣਾ ਚਾਹੀਦਾ। ਕਾਰਨ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਸ਼ੋਰੈਂਸ ਕੋਈ ਵੇਅਰ ਐਂਡ ਟੇਅਰ ਪ੍ਰੋਟੈਕਸ਼ਨ ਪੈਕੇਜ ਨਹੀਂ ਹੈ ਗੱਡੀ ਦਾ ਜਿਹੜਾ ਤੁਸੀਂ ਲਿਆ ਕਿ ਕੱਲ ਗੱਡੀ 'ਚ ਕੁਝ ਵੀ ਨੁਕਸਾਨ ਹੁੰਦਾ ਸਭ ਕੁਝ ਕਵਰਡ ਹੈ। ਆਹ ਚੀਜ਼ ਨੂੰ ਜਾਣਨਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਦੋਸਤੋ, ਕੈਨੇਡਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਵਾਹਨਾਂ ਦੀ ਚੋਰੀ ਹੈ, ਜੋ ਗੱਡੀਆਂ ਦੀ ਚੋਰੀ ਹੈ, ਟੋਰਾਂਟੋ ਦੇ ਵਿੱਚ ਆਲਮੋਸਟ ਪਿਛਲੇ 2015 ਤੋਂ ਲੈ ਕੇ 2022 ਦੇ ਦਰਮਿਆਨ ਮੰਨਿਆ ਜਾਂਦਾ ਹੈ ਕਿ ਤਿੱਗਣੀ ਹੋ ਚੁੱਕੀ ਹੈ, ਟ੍ਰਿਪਲ ਹੋ ਚੁੱਕੀ ਹੈ। ਜੇ ਆਪਾਂ ਇੱਕ ਰੀਸੈਂਟ ਰਿਪੋਰਟ ਦੀ ਗੱਲ ਕਰੀਏ ਜੋ ਕਿ ਕੈਨੇਡੀਅਨ ਫਾਈਨੈਂਸ ਐਂਡ ਲੀਜ਼ਿੰਗ ਐਸੋਸੀਏਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਹੈ, ਉਹਦੇ ਵਿੱਚ ਦੱਸਿਆ ਗਿਆ ਹੈ ਕਿ ਇਹੀ ਕਾਰਨ ਹੈ ਕਿ ਜਿਹੜੀਆਂ ਇਹ ਚੋਰੀਆਂ ਇਹਦੇ ਕਾਰਨ ਹੀ ਜਿਹੜਾ ਪ੍ਰੀਮੀਅਮ ਹੈ ਉਹ ਇਸ ਪ੍ਰੋਵਿੰਸ ਦੇ ਵਿੱਚ ਖਾਸ ਕਰਕੇ ਬਹੁਤ ਉੱਪਰ ਚਲਿਆ ਗਿਆ ਅਤੇ ਲੋਕਾਂ ਵਾਸਤੇ ਅਫੋਰਡੇਬਿਲਟੀ ਇਸ਼ੂਜ਼ ਦੇ ਚੱਲਦਿਆਂ ਜਿਹੜਾ ਪ੍ਰੀਮੀਅਮ ਦਾ ਇੰਨਾ ਜ਼ਿਆਦਾ ਵਧਣਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕਿਆ। ਐਵਰੇਜ ਆਟੋ ਇੰਸ਼ੋਰੈਂਸ ਰੇਟਸ ਜਿਹੜੇ ਹੈਗੇ ਆ ਅਕਰੋਸ ਓਨਟਾਰੀਓ 2023 ਦੇ ਵਿੱਚ 12% ਜਿਹੜੇ ਵੱਧ ਚੁੱਕੇ ਆ ਜੀ 2021 ਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ, ਮਤਲਬ ਪਿਛਲੇ 2 ਸਾਲਾਂ ਦੇ ਵਿੱਚ। ਅਤੇ ਇਹਦੇ ਵਿੱਚ ਜਿਹੜਾ ਵੱਡਾ ਹਿੱਸਾ ਉਹ ਫਿਰ ਉਹੀ ਹੈ ਕਿ ਚੋਰੀਆਂ ਦੇ ਕਰਕੇ ਹੈ ਅਤੇ ਇਹ ਰਿਪੋਰਟ ਜਿਹੜੀ ਹੈਗੀ ਆ ਉਹ rates.ca ਵੱਲੋਂ ਜਾਰੀ ਕੀਤੀ ਗਈ ਹੈ। ਪ੍ਰੀਮੀਅਮ ਜਿਹੜਾ ਹੈਗਾ ਉਹ ਤੁਹਾਡੀ ਪਾਲਿਸੀ ਨੂੰ ਫੋਰਸ ਦੇ ਵਿੱਚ ਰੱਖਣ ਵਾਸਤੇ, ਤੁਹਾਡੀ ਪਾਲਿਸੀ ਨੂੰ ਇਫੈਕਟਿਵ ਰੱਖਣ ਦੇ ਵਿੱਚ ਕੰਮ ਜ਼ਰੂਰ ਆਉਂਦਾ ਹੈ, ਬਟ ਇੰਨੇ ਹਾਈ ਪ੍ਰੀਮੀਅਮਸ ਦੇ ਚੱਲਦਿਆਂ ਇਸ ਦੇ ਬਾਵਜੂਦ ਬਹੁਤ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਜਿਹੜੀ ਗੱਡੀ ਦੀ ਇੰਸ਼ੋਰੈਂਸ ਹੈ ਉਹਦੇ ਵਿੱਚ ਕਵਰ ਕੀ ਹੁੰਦਾ। ਤੁਸੀਂ ਸ਼ੋਅ ਦੇ ਦੌਰਾਨ ਮੈਨੂੰ ਬਹੁਤ ਵਾਰ ਇਸ ਤਰ੍ਹਾਂ ਦੇ ਸਵਾਲ ਵੀ ਭੇਜਦੇ ਹੋ ਜਿਨ੍ਹਾਂ ਸਵਾਲਾਂ ਦੇ ਤੁਹਾਨੂੰ ਜਵਾਬ ਚਾਹੀਦੇ ਹੁੰਦੇ ਆ ਅਤੇ ਅੱਜ ਉਹਨਾਂ ਸਵਾਲਾਂ ਦੇ ਵਿੱਚੋਂ ਕੁਝ ਸਵਾਲ ਕੰਪਾਈਲ ਕਰਕੇ ਉਹਨਾਂ ਦੇ ਜਵਾਬ ਲੈਣ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਆਟੋ ਇੰਸ਼ੋਰੈਂਸ ਦੇ ਫੀਲਡ ਵਿੱਚ ਕੰਮ ਕਰ ਰਹੇ ਇਹਦੇ ਵਿੱਚ ਮਾਹਰ ਆਯੂਸ਼ ਖੱਤਰੀ ਜੀ ਹੋਣਾ ਨੂੰ। ਆਓ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰੀਏ ਅਤੇ ਉਹਨਾਂ ਨੂੰ ਸ਼ੋਅ ਦੇ ਵਿੱਚ ਸ਼ਾਮਲ ਕਰੀਏ। ਜੀ ਆਯੂਸ਼ ਜੀ, ਸਵਾਗਤ ਤੁਹਾਡਾ ਈਵਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਜਤਿੰਦਰ ਜੀ ਐਂਡ ਗੁੱਡ ਈਵਨਿੰਗ ਤਾਂ ਨਮਸਤੇ ਸਾਰੇ ਲਿਸਨਰਸ ਨੂੰ। ਥੈਂਕ ਯੂ ਸੋ ਮਚ ਕਿ ਤੁਸੀਂ ਓਪਰਚੁਨਿਟੀ ਦੇ ਰਹੇ ਹੋ ਕਿ ਮੈਂ ਸਾਰਿਆਂ ਨਾਲ ਥੋੜ੍ਹਾ ਬਹੁਤ ਗੱਲਬਾਤ ਕਰ ਸਕਾਂ ਕਿ ਆਟੋ ਇੰਸ਼ੋਰੈਂਸ ਅੱਜ ਕੱਲ੍ਹ ਵਾਕਈ ਬਹੁਤ ਜ਼ਿਆਦਾ ਵੱਡੀ ਸਮੱਸਿਆ ਬਣ ਚੁੱਕੀ ਅੱਜ ਦੇ ਦਿਨ 'ਚ। ਜਿੱਦਾਂ ਤੁਸੀਂ ਪੂਰਾ ਅਪਡੇਟ ਦਿੱਤਾ ਕਿ ਆਟੋ ਥੈਫਟਸ ਇੰਨੇ ਜ਼ਿਆਦਾ ਵੱਧ ਚੁੱਕੇ ਦੈਟ ਉਹਦਾ ਜੁਰਮਾਨਾ ਹਰ ਕੋਈ ਭਰ ਰਿਹਾ। ਮੋਸਟਲੀ ਸਾਨੂੰ ਆਹ ਸਵਾਲ ਜ਼ਰੂਰ ਆਉਂਦੇ ਨੇ, ਸਾਡੀ ਤਾਂ ਕੋਈ ਗਲਤੀ ਨਹੀਂ, ਅਸੀਂ ਤਾਂ ਕਲੇਮ ਵੀ ਨਹੀਂ ਲਿੱਤਾ, ਟਿਕਟਾਂ ਵੀ ਨਹੀਂ ਆਈਆਂ, ਕੁਝ ਵੀ ਨਹੀਂ ਆਈਆਂ, 20 ਸਾਲ ਹੋ ਗਏ ਤਾਂ ਵੀ ਅਸੀਂ ਇੰਨਾ ਭਰਦੇ ਪਏ। ਲੇਕਿਨ ਇਸ ਚੀਜ਼ ਦਾ ਜਵਾਬ ਹੁਣ ਫਿਜ਼ਰਾਂ ਨੇ ਖੁਦ ਆ ਰੇਟ ਹਾਈਕਸ ਅਨਾਊਂਸ ਕੀਤੀਆਂ। ਮਤਲਬ ਵੀ ਡੋਂਟ ਹੈਵ ਐਨ ਆਪਸ਼ਨ, ਕੰਪਨੀਆਂ ਕੋਲ ਆਪਸ਼ਨ ਹੀ ਹੈ ਨਹੀਂ। ਇੰਨੇ ਜ਼ਿਆਦਾ ਲਾਸ ਰੇਸ਼ੀਓਜ਼ ਵਧੇ ਪਏ ਕਿਉਂਕਿ ਚੋਰੀਆਂ ਦਾ ਕੋਈ ਹਿਸਾਬ ਹੀ ਨਹੀਂ ਹੋ ਰਿਹਾ। ਐਵਰੀ ਈਅਰ ਵੱਧਦੇ ਜਾ ਰਹੇ ਜੀ। ਸੋ ਦੋਸਤੋ, ਇਸ ਵੇਲੇ ਸਾਡੇ ਨਾਲ ਆਯੂਸ਼ ਖੱਤਰੀ ਜੀ ਸ਼ਾਮਲ ਨੇ ਜੋ ਅਗਲੇ ਜਿੰਨਾ ਵੀ ਸਮਾਂ ਆਪਣੇ ਕੋਲ ਸ਼ੋਅ ਦਾ ਹੈਗਾ ਇਹਦੇ ਵਿੱਚ ਆਪਾਂ ਆਯੂਸ਼ ਜੀ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਫੋਨ ਲਾਈਨਸ ਅੱਜ ਓਪਨ ਨਹੀਂ ਹੋਣਗੀਆਂ ਲੇਕਿਨ ਟੈਕਸਟ ਦੇ ਲਈ ਆਪਣੀ ਲਾਈਨ ਜਿਹੜੀ ਹੈ ਜੀ ਜ਼ਰੂਰ ਓਪਨ ਹੈ। ਤੁਸੀਂ 905-790-5555 ਦੇ ਰਾਹੀਂ ਆਪਣੇ ਸਵਾਲ ਜਿਹੜੇ ਹੈਗੇ ਆ ਮੈਨੂੰ ਮੈਸੇਜ ਕਰ ਸਕਦੇ ਹੋ। ਇਹਨਾਂ ਸਵਾਲਾਂ ਨੂੰ ਆਪਾਂ ਫਿਰ ਆਯੂਸ਼ ਜੀ ਨਾਲ ਦੀ ਨਾਲ ਕਲੀਅਰ ਕਰਦੇ ਚੱਲਾਂਗੇ। ਲੇਕਿਨ ਤੁਹਾਡੇ ਕਈ ਸਵਾਲ ਜਿਹੜੇ ਹੈਗੇ ਆ ਉਹ ਆਲਰੇਡੀ ਮੈਂ ਲਿਖ ਕੇ ਲੈ ਕੇ ਆਇਆ। ਸ਼ੁਰੂਆਤ ਕਰਦੇ ਹਾਂ ਜੀ। ਜਿਵੇਂ ਆਪਾਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਥੈਫਟ ਹੈ, ਕੰਪਨੀਆਂ ਵਾਸਤੇ ਵੀ ਅਤੇ ਲੋਕਾਂ ਵਾਸਤੇ ਵੀ। ਹਰ ਕਿਸੇ ਦੀ ਜਿਹੜੀ ਕਾਰ ਹੈ ਜੀ ਉਹਦੇ ਵਾਸਤੇ ਘਰ ਦਾ ਮੈਂਬਰ ਹੁੰਦਾ ਉਹ, ਅਤੇ ਜਦੋਂ ਕੋਈ ਇਸ ਤਰ੍ਹਾਂ ਤੁਹਾਡੀ ਡਰਾਈਵਵੇ ਤੋਂ ਤੁਹਾਡੀ ਕਾਰ ਲੈ ਕੇ ਭੱਜ ਜਾਵੇ ਜਾਂ ਤੁਹਾਡੇ ਪਾਰਕਿੰਗ ਲੋਟ ਦੇ ਵਿੱਚ ਅੱਜ ਕੱਲ੍ਹ ਤਾਂ ਚੱਲ ਪਿਆ, ਹੁਣ ਪਿੱਛੇ ਜੇ ਇੱਕ ਮੁੰਡੇ ਦੀ ਜਾਨ ਵੀ ਚਲੀ ਗਈ ਹੈ, ਖੋਹ ਕੇ ਲੈ ਕੇ ਚਲਿਆ ਜਾਵੇ ਤਾਂ ਬੜਾ ਵੱਡਾ ਇੱਕ ਉਹ ਸਦਮਾ ਹੁੰਦਾ ਕਿਸੇ ਲਈ ਵੀ। ਜਦੋਂ ਕਿਸੇ ਦੀ ਕਾਰ ਇਸ ਤਰ੍ਹਾਂ ਚੋਰੀ ਹੋ ਜਾਂਦੀ ਹੈ ਜਾਂ ਨਵੀਂ ਕਾਰ ਆ ਕੋਈ ਲੈ ਗਿਆ ਉਹਦੀ, ਤਾਂ ਕੀ ਇੰਸ਼ੋਰੈਂਸ ਉਹਨੂੰ ਇੰਨੇ ਕੁ ਪੈਸੇ ਦੇ ਦਿੰਦੀ ਹੈ ਕਿ ਉਹ ਨਵੀਂ ਕਾਰ ਖਰੀਦ ਲਵੇ? ਬਿਲਕੁਲ ਜੀ। ਆਹ ਸਵਾਲ ਦੇ ਦੋ ਜਵਾਬ ਹੈ। ਡਿਪੈਂਡ ਕਰਦਾ ਕਿ ਤੁਸੀਂ ਨਵੀਂ ਗੱਡੀ ਚੋਰੀ ਹੋ ਰਹੀ ਹੈ ਕਿ ਯੂਜ਼ਡ ਗੱਡੀ ਚੋਰੀ ਹੋ ਰਹੀ ਹੈ। ਮੇਰੀ ਵਿਨਤੀ ਸਾਰੇ ਕਸਟਮਰਾਂ ਨਾਲ ਹੁੰਦੀ ਹੈ ਕਿ ਜੇ ਤੁਸੀਂ ਨਵੀਂ ਗੱਡੀ ਹੈ ਤੁਹਾਡੇ ਕੋਲ, ਡਿਪਰੀਸੀਏਸ਼ਨ ਵੇਵਰ ਨਾਮ ਦੀ ਚੀਜ਼ ਹੁੰਦੀ ਹੈ ਜਿਹੜੀ ਹਰ ਆਟੋ ਇੰਸ਼ੋਰੈਂਸ ਕੰਪਨੀ ਆਫਰ ਕਰਦੀ ਹੈ। ਕੋਈ ਕੰਪਨੀਆਂ 3 ਸਾਲਾਂ ਦੀ ਦਿੰਦੀ ਹੈ, ਕੋਈ ਕੰਪਨੀ 4 ਸਾਲ ਦੀ, ਕੋਈ ਕੰਪਨੀ 5 ਸਾਲ ਦੀ। ਥੋੜ੍ਹਾ ਜਿਹਾ ਪ੍ਰੀਮੀਅਮ ਵੱਧ ਜਾਂਦਾ ਲੇਕਿਨ ਅੱਜ ਦੇ ਦਿਨ 'ਚ ਉਹ ਲੈਣਾ ਡਿਪਰੀਸੀਏਸ਼ਨ ਵੇਵਰ ਬਹੁਤ ਜ਼ਿਆਦਾ ਜ਼ਰੂਰੀ ਹੈ। ਟੂ ਪੁੱਟ ਇਟ ਇਨਟੂ ਸਿੰਪਲ ਵਰਡਸ, ਇਹਦਾ ਮਤਲਬ ਕੀ ਹੈ ਡਿਪਰੀਸੀਏਸ਼ਨ ਵੇਵਰ ਦਾ ਕਿ ਪਹਿਲੇ 3 ਸਾਲਾਂ 'ਚ ਜੇ ਤੁਹਾਡੀ ਗੱਡੀ ਟੋਟਲ ਲਾਸ ਮੰਨੀ ਜਾਂਦੀ ਹੈ, ਭਾਵੇਂ ਚੋਰੀ ਹੋਏ ਜਾਂ ਕੋਲੀਜਨ ਹੋਏ, ਤੁਹਾਨੂੰ ਫੁੱਲ ਰਿਪਲੇਸਮੈਂਟ ਵੈਲਿਊ ਮਿਲਦੀ ਹੈ ਗੱਡੀ ਦੀ
ਐਟਲੀਸਟ ਜਿੰਨੀ ਤੁਹਾਡੀ ਗੱਡੀ ਦੀ ਕੀਮਤ ਹੈ ਤੁਹਾਨੂੰ ਉਨੇ ਪੈਸੇ ਵਾਪਸ ਮਿਲਦੇ ਹੈ ਪਹਿਲੇ 3 ਸਾਲ ਤੱਕ। ਪਹਿਲੇ 3 ਸਾਲ ਸਰਟਨ ਕੰਪਨੀ, ਜਿੱਦਾਂ ਮੈਂ ਜਿਹੜੀ ਕੰਪਨੀ ਲਈ ਕੰਮ ਕਰਦਾ ਆਲ ਸਟੇਟ, ਉਹ 3 ਸਾਲ ਲਈ ਕਵਰ ਕਰਦੀ ਹੈ। ਕਈ ਕੰਪਨੀ 4 ਸਾਲਾਂ ਲਈ ਵੀ ਕਵਰ ਕਰਦੀ ਹੈ ਤਾਂ ਕਈ ਕੰਪਨੀ 5 ਸਾਲਾਂ ਲਈ ਵੀ ਕਵਰ ਕਰਦੀ ਹੈ। ਹਰ ਸਾਲ ਉਹਦਾ ਪ੍ਰੀਮੀਅਮ ਐਡ ਹੁੰਦਾ ਜਾਂਦਾ ਹੈ, ਲੇਕਿਨ ਉਹ ਚੀਜ਼ ਜ਼ਰੂਰ ਰੱਖਣੀ ਚਾਹੀਦੀ ਜੇ ਤੁਹਾਡੇ ਕੋਲ ਨਿਊ ਕਾਰ ਹੈ। ਜਿਹੜੀ ਵੇਵਰ ਆਫ ਡੈਪਰੀਸੀਏਸ਼ਨ ਹੈ ਇਹ ਆਪਸ਼ਨਲ ਹੈ ਜਾਂ ਇਹ ਤੁਹਾਡੀ ਇੱਛਾ ਹੈ, ਤੁਸੀਂ ਲੈ ਵੀ ਸਕਦੇ ਹੋ ਤੇ ਛੱਡ ਵੀ ਸਕਦੇ ਹੋ? ਬਿਲਕੁਲ ਆਪਸ਼ਨਲ ਹੈ। ਯੂਜੂਅਲੀ ਲੋਕੀ ਛੱਡਦੇ ਕਿਉਂ ਹੈ? ਆਈ ਡੋਂਟ ਬਲੇਮ them, ਕਿਉਂਕਿ ਅੱਜ ਕੱਲ੍ਹ ਰੇਟ ਆਫ ਇੰਟਰਸਟ ਇੰਨੇ ਕੁ ਜ਼ਿਆਦਾ ਵਧੇ ਹੋਏ ਗੱਡੀ ਦੇ ਕਿ ਆਲਰੇਡੀ ਉਹਨਾਂ ਦੀ ਕਿਸ਼ਤਾਂ ਇੰਨੀ ਕੁ ਵੱਧ ਬਣਦੀ ਹੈ, ਉੱਪਰੋਂ ਇੰਸ਼ੋਰੈਂਸ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਹਦੇ ਉੱਪਰ ਐਡੀਸ਼ਨਲ $20-25-30 ਮਹੀਨੇ ਦੇ ਦੇਣੇ ਕਈ ਵਾਰੀ ਬੰਦੇ ਨੂੰ ਔਖੇ ਲੱਗਦੇ ਆ। ਫਿਰ ਵੀ ਮੈਂ ਅਗੇਨ ਅ ਹੰਬਲ ਰਿਕੁਐਸਟ ਸਾਰਿਆਂ ਨੂੰ ਕਿ ਪਲੀਜ਼ ਡੈਪਰੀਸੀਏਸ਼ਨ ਵੇਵਰ ਜ਼ਰੂਰ ਲੈਣਾ, ਕਿਉਂਕਿ ਅੱਜ ਦੇ ਦਿਨ 'ਚ ਤਾਂ ਖਾਸ ਕਰ ਬਹੁਤ ਜ਼ਿਆਦਾ ਮਾਇਨੇ ਰੱਖਦਾ। ਤੁਸੀਂ ਹੁਣੇ ਜਸਟ ਕਹਿ ਰਹੇ ਸੀ ਕਿ ਕਿੰਨੇ ਜ਼ਿਆਦਾ ਥੈਫਟ ਵੱਧ ਚੁੱਕੀ ਹੈ। ਬਿਲਕੁਲ, ਤਾਂ ਇਟ ਇਜ਼ ਵੈਰੀ ਇੰਪੋਰਟੈਂਟ, ਰੱਖਣਾ ਹੀ ਚਾਹੀਦਾ। ਅੱਛਾ, ਪ੍ਰਿੰਸ ਹੋਣਾ ਦਾ ਇੱਕ ਮੈਸੇਜ ਆਇਆ ਹੁਣੇ ਨਾਲ ਦੀ ਨਾਲ ਹੀ, ਆਪਾਂ ਇਹਨੂੰ ਵੀ ਕਲੀਅਰ ਕਰ ਲਈਏ। ਉਹ ਕਹਿੰਦੇ ਕਿ ਜਿਹੜੀ ਥਰਡ ਪਾਰਟੀ ਇੰਸ਼ੋਰੈਂਸ ਹੈਗੀ ਆ, ਕੀ ਉਹ ਕਾਰ ਚੋਰੀ ਜਿਹੜੀ ਥੈਫਟ ਹੈਗੀ ਆ ਉਹਨੂੰ ਕਵਰ ਕਰਦੀ ਹੈ? ਥਰਡ ਪਾਰਟੀ ਜਿਹੜੀ ਹੈ, ਨਹੀਂ, ਉਹਦੇ 'ਚ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਕੰਪਰੀਹੈਂਸਿਵ ਕਵਰੇਜਸ ਲੈ ਲੈਣੀ ਚਾਹੀਦੀ ਹੈ ਈਵਨ ਇਨ ਥਰਡ ਪਾਰਟੀ, ਕਿਉਂਕਿ ਕੰਪਰੀਹੈਂਸਿਵ ਕਵਰੇਜ ਦਾ ਜਿਹੜਾ ਪਾਰਟ ਹੈ ਨਾ ਉਹ ਬਹੁਤ ਘੱਟ ਪ੍ਰੀਮੀਅਮ ਹੁੰਦਾ ਉਹਦਾ। ਇਨ ਯੂਜੂਅਲ ਕੇਸਿਸ ਜੇ ਤੁਸੀਂ ਕੰਪਰੀਹੈਂਸਿਵ ਲੈ ਰਹੇ ਹੋ ਮਤਲਬ ਤੁਹਾਡੀ ਗੱਡੀ ਪੁਰਾਣੀ ਹੈ। ਜੇ ਗੱਡੀ ਪੁਰਾਣੀ ਹੁੰਦੀ ਹੈ ਤਾਂ ਤੁਹਾਡਾ ਕੰਪਰੀਹੈਂਸਿਵ ਦਾ ਟੋਟਲ ਪ੍ਰੀਮੀਅਮ ਮਸਾ $50 ਤੋਂ $100 ਜਾਂ ਮੈਕਸਿਮਮ $125 ਪੂਰੇ ਸਾਲ ਦਾ ਬਣੂਗਾ। ਦੈਟ ਇਜ਼ ਨਾਟ ਮੋਰ ਦੈਨ $10 ਅ ਮੰਥ। ਵੱਧ ਤੋਂ ਵੱਧ ਮੈਂ ਕਹਿ ਰਿਹਾ $10 ਮਹੀਨੇ ਦੇ। ਤਾਂ ਮੈਂ ਤਾਂ ਆਲਵੇਜ਼ ਰეკਮੈਂਡ ਕਰੂੰਗਾ ਆ ਕੰਪਰੀਹੈਂਸਿਵ ਜ਼ਰੂਰ ਐਡ ਕਰਵਾ ਲਈਓ ਤੁਹਾਡੇ ਸਿਰਫ ਥਰਡ ਪਾਰਟੀ ਨਾਲ, ਤਾਂ ਕਿ ਇੱਦਾਂ ਦਾ ਜੇ ਕੋਈ ਸਿਚੁਏਸ਼ਨ ਹੁੰਦਾ ਹੈ ਤਾਂ ਤੁਹਾਨੂੰ ਕੁਝ ਤਾਂ ਪੈਸਾ ਹੋ ਸਕਦਾ, ਕੁਝ ਤਾਂ ਪੈਸਾ ਆਏ ਵਾਪਸ। ਜੀ, ਟੀਜੇ ਖਾਨ ਹੋਣਾ ਦਾ ਇੱਕ ਮੈਸੇਜ ਆਇਆ ਕਿ ਜਿਹੜਾ ਡੈਪਰੀਸੀਏਸ਼ਨ ਵੇਵਰ ਹੈ, ਇਹ ਜਿਹੜਾ ਗੈਪ ਜਿਹਨੂੰ ਕਹਿ ਦਿੰਦੇ ਆ, ਇਹ ਉਹੀ ਵਾਲਾ ਹੈਗਾ ਜਾਂ ਇਹ ਡਿਫਰੈਂਟ ਚੀਜ਼ ਹੁੰਦੀ ਜਿਹੜੀ ਗੈਪ ਥੋੜੀ ਜਿਹੀ ਅਲੱਗ ਹੁੰਦੀ ਹੈ। ਗੈਪ ਵਿੱਚ ਹੁੰਦਾ ਕੀ ਹੈ ਕਿ ਗੈਪ ਉਸ ਗੈਪ ਨੂੰ ਕਵਰ ਕਰਦਾ ਬਿਟਵੀਨ ਦ ਡੈਪਰੀਸ਼ੀਏਟਡ ਵੈਲਿਊ। ਫਰਜ਼ ਕਰੋ 1.5 ਸਾਲ ਬਾਅਦ ਤੁਹਾਡੀ ਗੱਡੀ ਗੋਡ ਫੋਰਬਿਡ ਚੱਕੀ ਜਾਂਦੀ ਹੈ ਤੁਹਾਡੇ ਡਰਾਈਵੇ ਤੋਂ। ਤੁਹਾਡੀ ਗੱਡੀ ਤੁਸੀਂ 50,000 ਦੀ ਲਈ ਸੀ, ਐਸ ਪਰ ਇੰਸ਼ੋਰੈਂਸ ਕੰਪਨੀ ਜੇ ਤੁਸੀਂ ਡੈਪਰੀਸੀਏਸ਼ਨ ਨਹੀਂ ਲਿਆ, ਵੇਵਰ ਨਹੀਂ ਲਿਆ, ਫॉर ਐਗਜ਼ਾਮਪਲ ਆਪਾਂ ਇੱਕ ਮੋਟੀ ਡੈਪਰੀਸੀਏਸ਼ਨ ਪਾ ਦਿੰਦੇ 20% ਹੋ ਗਏ 1.5 ਸਾਲਾਂ 'ਚ, ਠੀਕ ਹੈ, ਤਾਂ 40,000 ਦੀ ਗੱਡੀ ਰਹਿ ਗਈ ਤੁਹਾਡੀ। ਓਕੇ, ਸਭ ਤੋਂ ਪਹਿਲਾਂ ਤਾਂ ਡੈਪਰੀਸੀਏਸ਼ਨ MSRP ਤੇ ਕੈਲਕੂਲੇਟ ਹੋਣਾ, ਤਾਂ ਤੁਹਾਡਾ ਟੈਕਸ ਵੈਲਿਊ ਤਾਂ ਉੱਥੇ ਹੀ ਤੁਹਾਡਾ ਵੇਵ ਹੋ ਗਿਆ, ਉਹ ਤਾਂ ਤੁਹਾਡਾ ਨੁਕਸਾਨ ਹੋ ਗਿਆ ਜੀ। MSRP ਤੇ ਤੁਹਾਨੂੰ 30, 32, 35, 36 ਮੈਕਸਿਮਮ ਮਿਲ ਜਾਊਗਾ ਇੰਸ਼ੋਰੈਂਸ ਕੰਪਨੀ ਕੋਲ। ਤੁਹਾਡਾ ਫਾਈਨੈਂਸ ਜੇ 7 ਸਾਲਾਂ ਦਾ ਜਾਂ 6 ਸਾਲਾਂ ਦਾ ਹੈ, ਯੋਰ ਅਮਾਊਂਟ ਆਊਟਸਟੈਂਡਿੰਗ ਇਜ਼ ਵੇ ਮੋਰ। ਗੈਪ ਉਸ ਅਮਾਊਂਟ ਨੂੰ ਕਵਰ ਕਰਦੀ ਹੈ। ਡੈਪਰੀਸੀਏਸ਼ਨ ਵੇਵਰ ਕੀ ਕਰਦੀ ਹੈ? ਡੈਪਰੀਸੀਏਸ਼ਨ ਵੇਵਰ ਤੁਹਾਨੂੰ ਜਿਹੜੀ ਫੁੱਲ ਵੈਲਿਊ ਹੈ ਗੱਡੀ ਦੀ ਤੁਹਾਨੂੰ ਉਹ ਅਸ਼ੋਰ ਕਰਦੀ ਹੈ। ਤਾਂ ਜੇ ਅੱਜ ਦੇ ਦਿਨ 'ਚ ਜੇ ਤਾਂ ਉਹ ਗੱਡੀ ਦੀ ਕੀਮਤ ਵੱਧ ਵੀ ਗਈ ਹੋਏ ਨਾ ਤਾਂ ਵੀ ਤੁਹਾਨੂੰ ਤੁਹਾਡੇ ਬਿੱਲ ਆਫ ਸੇਲ ਜਿੰਨੀ ਕੀਮਤ ਪੂਰੀ ਮਿਲਦੀ ਹੈ ਵਾਪਸ। ਓਕੇ, ਅੱਛਾ, ਇੱਕ ਹੋਰ ਸਵਾਲ ਜਿਹੜਾ ਸੀਗਾ ਮੈਂ ਲੈ ਕੇ ਆਇਆ ਸੀ, ਉਹ ਇਹ ਸੀਗਾ ਕਿ ਆਪਾਂ ਜਦੋਂ ਕਾਰ ਖਰੀਦਦੇ ਹਾਂ, ਇੱਕ ਤਾਂ ਹੁੰਦੀ ਸਿਰਫ ਨਾਰਮਲ ਵਹੀਕਲ ਹੈ, ਫਿਰ ਉਹਦੇ ਵਿੱਚ ਬਹੁਤ ਸਾਰੀਆਂ ਲੋਕਾਂ ਨੂੰ ਸ਼ੌਕ ਹੁੰਦਾ, ਉਹਦੇ 'ਚ ਐਡੀਸ਼ਨਲ ਅਸੈਸਰੀਜ਼ ਜਿਹੜੀਆਂ ਹੈਗੀਆਂ ਐਡ ਅਪ ਹੋਈਆਂ ਹੁੰਦੀਆਂ ਅਤੇ ਉਹ ਆਪਣੇ ਆਪ ਦੇ ਵਿੱਚ ਕਾਫੀ ਵੈਲਿਊ ਰੱਖਦੀਆਂ। ਕੀ ਉਹ ਕਵਰ ਹੁੰਦੀਆਂ ਇਹਦੇ ਵਿੱਚ ਜਾਂ ਉਹ ਵਿੱਚੋਂ ਐਕਸਕਲੂਡਡ ਹੁੰਦੀਆਂ? ਬਿਲਕੁਲ ਕਵਰ ਹੁੰਦੀਆਂ। ਇੰਸ਼ੋਰੈਂਸ ਵਿੱਚ ਵਹੀਕਲ ਪ੍ਰਾਈਸ ਦੇ ਨਾਲ ਨਾ ਸਾਡਾ ਇੱਕ ਸਵਾਲ ਹੁੰਦਾ ਕਸਟਮਾਈਜ਼ੇਸ਼ਨ ਅਮਾਊਂਟ, ਮਤਲਬ ਕਿ ਉਹਦੇ 'ਚ ਤੁਸੀਂ ਗੱਡੀ 'ਚ ਕੋਈ ਕਸਟਮਾਈਜ਼ੇਸ਼ਨ ਕੀਤੀ ਹੈ, ਜੇ ਤੁਸੀਂ ਕੋਈ ਪੇਪਰ ਵਰਕਸ ਨਾਲ ਸਬਮਿਟ ਕਰ ਸਕਦੇ ਹੋ ਵੈਰੀ ਗੁੱਡ। ਅਦਰਵਾਈਜ਼ ਤੁਸੀਂ ਜੇ ਫਰਜ਼ ਕਰੋ ਤੁਸੀਂ $2,000 ਦੇ ਤੁਸੀਂ ਸਪੀਕਰ ਲਵਾਏ, ਮੋਸਟ ਡੈਫੀਨੇਟਲੀ ਉਹਨੂੰ ਇੰਸ਼ੋਰ ਕਰਵਾ ਲਓ, ਕਿਉਂਕਿ ਕਿੰਨਾ ਕੁ ਵਧੂਗਾ? $4, $5, $6, $7 ਵਧੂਗਾ ਤੁਹਾਡਾ ਪਰ ਮੰਥ, ਲੇਕਿਨ ਪੀਸ ਆਫ ਮਾਈਂਡ ਹੈ ਕਿ ਕੱਲ੍ਹ ਜੇ ਤੁਹਾਡੇ $2,000 ਦੇ ਸਪੀਕਰ ਹੈ, ਕੱਲ੍ਹ ਗੋਡ ਫੋਰਬਿਡ ਗੱਡੀ ਨੂੰ ਕੁਝ ਵੀ ਹੋਇਆ ਤੁਹਾਨੂੰ ਐਟਲੀਸਟ ਉਹ ਕੀਮਤ ਤਾਂ ਵਾਪਸ ਆ ਜਾਊਗੀ। ਉਹ ਕਾਰ ਦੀ ਇੰਸ਼ੋਰੈਂਸ ਦੇ ਵਿੱਚ ਹੀ ਐਡ ਹੋ ਜਾਏਗਾ ਜਾਂ ਉਹਦੀ ਵੱਖਰੀ ਇੰਸ਼ੋਰੈਂਸ ਹੋਏਗੀ? ਨਹੀਂ ਸਰ, ਉਹਦੇ ਵਿੱਚ ਹੀ ਐਡ ਹੁੰਦਾ ਹੈ। ਕਾਰ ਦੇ ਪ੍ਰਾਈਸ ਦੇ ਅੰਡਰ ਇੱਕ ਸਬ ਹੈਡਿੰਗ ਹੁੰਦੀ ਹੈ ਕਸਟਮਾਈਜ਼ੇਸ਼ਨ ਅਮਾਊਂਟ ਦੀ। ਉਹਦੇ 'ਚ ਜੇ ਤੁਸੀਂ ਅਮਾਊਂਟ ਪਾਓਗੇ ਤਾਂ ਤੁਹਾਨੂੰ ਸਿਰਫ ਡਿਸਕ੍ਰਾਈਬ ਕਰਨਾ ਹੈ ਕਿ ਉਸ ਅਮਾਊਂਟ ਵਿੱਚ ਕੀ ਕਵਰ ਕੀਤਾ ਹੈ। ਤਾਂ ਇਫ ਪੋਸੀਬਲ ਉਹਦੇ ਤੁਸੀਂ ਕੋਈ ਪ੍ਰੂਫ ਦੇ ਦੋਗੇ ਤਾਂ ਬੈਟਰ ਹੋਊਗਾ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਗੱਡੀ 10,000 ਦੀ ਤਾਂ ਤੁਸੀਂ ਸਪੀਕਰ 25,000 ਦੇ ਪਵਾਏ ਗੱਡੀ 'ਚ। ਹਾਂ, ਤਾਂ ਈਵਨ ਇਨ ਸੱਚ ਸਿਚੁਏਸ਼ਨਸ ਬੈਟਰ ਹੈ ਕਿ ਜੇ ਤੁਸੀਂ ਕੋਈ ਕਾਗਜ਼ ਨਾਲ ਸਬਮਿਟ ਕਰ ਦਿੰਦੇ ਹੋ, ਕੰਪਨੀ ਕੋਲ ਪ੍ਰੂਫ ਹੁੰਦਾ ਕਿ ਆਹ ਬੰਦਾ ਜੈਨੂਇਨਲੀ ਉਹਨੇ ਇੰਨੇ ਖਰਚੇ ਕੀਤੇ ਹੈ, ਰਸੀਦ ਵੀ ਦਿੱਤੀ ਹੈ, ਤਾਂ ਨਾਲ ਉਹਦੇ ਪੈਸੇ ਵੀ ਭਰਦਾ ਪਿਆ, ਸੋ ਦੇ ਹੈਵ ਨੋ ਪ੍ਰੋਬਲਮ ਇਨ ਵਾਪਸ ਤੁਹਾਨੂੰ ਪੈਸੇ ਮੋੜਨ ਦੇ ਉਹਦੇ। ਉਹਦੇ ਨਾਲ ਪ੍ਰੀਮੀਅਮ ਤੇ ਬਹੁਤ ਜ਼ਿਆਦਾ ਕੋਈ ਵੱਡਾ ਫਰਕ ਨਹੀਂ ਪੈਂਦਾ, ਲੇਕਿਨ ਤੁਹਾਡਾ ਬਚਾਅ ਬਹੁਤ ਵੱਡਾ ਹੋ ਜਾਂਦਾ। ਬਿਲਕੁਲ ਰਾਈਟ।
ਤੇ ਇਹਦੇ ਵਿੱਚ ਅੱਛਾ ਇੱਕ ਹੋਰ ਚੀਜ਼ ਹੈ ਆਪਣੇ ਜਦੋਂ ਚਲੋ ਆਪਾਂ ਕਾਰ ਦੇ ਵਿੱਚ ਅਕਸਰ ਹੁਣ ਜਿਵੇਂ ਮੈਂ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਲੈਪਟਾਪ ਜੇ ਹੈਗਾ ਉਹ ਗੱਡੀ 'ਚ ਪਿਆ ਆਪਾਂ ਕਹਿੰਦਾ ਵੀ ਸਵੇਰੇ ਫਿਰ ਆਫਿਸ ਜਾਣਾ ਹੀ ਆ ਅੱਜ ਰਾਤ ਨੂੰ ਕੰਮ ਕਰਨਾ ਨਹੀਂ ਪਿਆ ਰਹਿਣ ਦਿੰਦੇ ਆ ਜਾਂ ਕਈ ਵਾਰ ਹੋਰ ਕੋਈ ਇਸ ਤਰ੍ਹਾਂ ਦਾ ਸਮਾਨ ਹੁੰਦਾ ਜਿਹੜਾ ਗੱਡੀ ਦੇ ਵਿੱਚ ਪਿਆ ਹੋ ਜਾਂਦਾ ਸਪੋਜ਼ ਕਰ ਲਓ ਸ਼ਾਪਿੰਗ 'ਤੇ ਗਏ ਆ ਹੈਵੀ ਸ਼ਾਪਿੰਗ ਕੀਤੀ ਆ ਗੱਡੀ 'ਚ ਪਈ ਆ ਕਾਰ ਜੈਕਿੰਗ ਹੋ ਗਈ ਉਹ ਤਾਂ ਜਿਹੜਾ ਗੱਡੀ ਦਾ ਨੁਕਸਾਨ ਹੋਇਆ ਨਾਲ ਬੰਦੇ ਦਾ 5-7 ਹਜ਼ਾਰ ਦਾ ਹੋਰ ਨੁਕਸਾਨ ਹੋ ਗਿਆ ਉਹੋ ਜਿਹੇ ਕੇਸ ਦੇ ਵਿੱਚ ਕੀ ਉਹ ਕਵਰ ਹੁੰਦੀਆਂ ਚੀਜ਼ਾਂ ਇਹਦੇ ਵਿੱਚ ਬਿਲਕੁਲ ਕਵਰ ਹੁੰਦੀਆਂ ਜੀ ਲੇਕਿਨ ਉਹਦੇ 'ਚ ਮੈਂ ਹਮੇਸ਼ਾ ਰეკਮੈਂਡ ਕਰਦਾ ਕਿ ਇੱਕੋ ਹੀ ਕੰਪਨੀ ਨਾਲ ਆਪਣੀ ਆਟੋ ਐਂਡ ਹੋਮ ਪਾਲਿਸੀ ਰੱਖੋ ਕਿਉਂਕਿ ਮੈਂ ਆਪਣੀ ਕੰਪਨੀ ਬਾਰੇ ਮੈਂ ਕਹਿ ਸਕਦਾ ਆਹ ਚੀਜ਼ ਹੋਮ ਪਾਲਿਸੀ ਦੇ ਡਿਵੀਜ਼ਨ ਦੇ ਅੰਦਰ ਕੰਟੈਂਟਸ ਵਿੱਚ ਕਵਰ ਹੁੰਦੀਆਂ ਤੁਸੀਂ ਜ਼ਰੂਰ ਜਿੱਦਾਂ ਤੁਸੀਂ ਕਿਹਾ ਲੈਪਟਾਪ ਰਹਿ ਗਿਆ ਕਈ ਵਾਰੀ ਕਲਾਸੀਕਲ ਐਗਜ਼ਾਮਪਲ ਹੁੰਦਾ ਅੱਜ ਕੱਲ੍ਹ ਕਾਰ ਸੀਟ ਬਹੁਤ ਐਕਸਪੈਂਸਿਵ ਹੈ ਜੇ ਕਿਸੇ ਦੇ ਗੱਡੀ 'ਚ $700-800 ਦੀ ਕਾਰ ਸੀਟ ਪਈ ਹੈ ਸਨ ਗਲਾਸਿਸ ਪਏ ਕੁਛ ਵੀ ਪਏ ਆਈਡੀਅਲੀ ਮੈਂ ਤਾਂ ਕਹੂੰਗਾ ਰਸੀਟ ਜ਼ਰੂਰ ਇੱਕ ਫੋਟੋ ਖਿੱਚ ਕੇ ਰੱਖੋ ਕਿਉਂਕਿ ਅੱਜ ਕੱਲ੍ਹ ਤਾਂ ਖਾਸ ਕਰ ਮੇਰੇ ਕਈ ਕਸਟਮਰਾਂ ਦੇ ਪ੍ਰੋਬਲਮਸ ਆਉਂਦੀਆਂ ਅੱਗੇ ਉਹਨਾਂ ਕੋਲ ਰਸੀਟ ਨਹੀਂ ਹੁੰਦੀ ਹੈ ਤਾਂ ਲੋਕੀ ਜੈਨੂਇਨਲੀ ਵੀ ਜੇ ਕਹਿੰਦੇ ਸਾਡੀ $700-800 ਦੀ ਕਾਰ ਸੀਟ ਸੀਗੀ ਬੂਸਟਰ ਸੀਗਾ ਕੁਛ ਵੀ ਸੀਗਾ ਸਨ ਗਲਾਸਿਸ ਸੀਗੇ ਜੋ ਵੀ ਸੀਗਾ ਕੰਪਨੀ ਕੋਲ ਪ੍ਰੂਫ ਨਹੀਂ ਹੁੰਦਾ ਅ ਲੋਟ ਆਫ ਟਾਈਮਸ ਉਹ ਐਕਸਟਰਾ ਚੀਜ਼ਾਂ ਨੂੰ ਨਹੀਂ ਕੇਟਰ ਕਰਦੇ ਕਿਉਂਕਿ ਅੱਜ ਕੱਲ੍ਹ ਉਹ ਆਲਰੇਡੀ ਇੰਨੇ ਵੱਧ ਕਲੇਮ ਰੇਸ਼ੀਓਜ਼ ਹੋ ਗਏ ਹੈ ਕਿ ਐਕਸਟਰਾ ਚੀਜ਼ਾਂ ਸਿਰਫ ਵਰਡ ਆਫ ਮਾਊਥ ਦੇ ਬੇਸਿਸ ਤੇ ਉਹ ਨਹੀਂ ਕਵਰ ਕਰਦੇ ਤਾਂ ਜੇ ਤੁਹਾਡੇ ਕੋਲ ਕੁਝ ਵੀ ਐਕਸਟਰਾ ਹੈ ਰਸੀਦਾਂ ਦੀ ਫੋਟੋ ਖਿੱਚ ਕੇ ਰੱਖ ਲਓ ਆਲਵੇਜ਼ ਬੈਨੀਫੀਸ਼ੀਅਲ ਹੈ ਪਹਿਲਾਂ ਖੱਤਰੀ ਸਾਹਿਬ ਆਪਾਂ ਕੁਝ ਸਾਡੇ ਲਿਸਨਰਸ ਦੇ ਕੁਐਸਚਨ ਆਏ ਹੋਏ ਆਪਾਂ ਉਹਨਾਂ ਨੂੰ ਸ਼ਾਮਲ ਕਰ ਲਈਏ ਫਿਰ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਇੱਕ ਦੋਸਤ ਨੇ 2195 ਉਹ ਕਹਿ ਰਹੇ ਆ ਕਿ ਪੋਸਟਲ ਕੋਡ ਦੇ ਹਿਸਾਬ ਨਾਲ ਜਿਹੜਾ ਹੈਗਾ ਰੇਟ ਜਿਹੜਾ ਹੈਗਾ ਇੰਸ਼ੋਰੈਂਸ ਦਾ ਬਣਦਾ ਤੇ ਜੇ ਮੈਂ ਘਰ ਬਦਲਦਾ ਤਾਂ ਮੇਰੀ ਇੰਸ਼ੋਰੈਂਸ ਜਿਹੜੀ ਹੈਗੀ ਆ ਬਦਲ ਜਾਂਦੀ ਆ ਪਰ ਇਹ ਕਹਿੰਦੇ ਮੇਰੇ ਰਿਕਾਰਡ ਦੇ ਮੁਤਾਬਕ ਨਹੀਂ ਹੁੰਦੀ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੈਸੇ ਕਿ ਏਰੀਆ ਵਾਈਜ਼ ਜਿਹੜਾ ਹੈਗਾ ਇੰਸ਼ੋਰੈਂਸ ਜਿਹੜੀ ਆ ਉਹ ਇਫੈਕਟ ਹੁੰਦੀ ਹੈ ਤੁਸੀਂ ਥੋੜਾ ਜਿਹਾ ਇੱਥੇ ਚਾਨਣਾ ਜੇ ਪਾ ਸਕੋ ਬਿਲਕੁਲ ਜੀ ਬਿਲਕੁਲ ਆ ਤਾਂ ਜੇ ਤੁਸੀਂ GTA 'ਚ ਰਹਿੰਦੇ ਹੋ ਤੁਹਾਨੂੰ ਪਤਾ ਹੀ ਹੋਊਗਾ ਕਿ ਜਿੰਨੀ ਜ਼ਿਆਦਾ ਪੋਪੂਲੇਸ਼ਨ ਹੈ ਉੱਥੇ ਉਨੀ ਜ਼ਿਆਦਾ ਕਲੇਮ ਰੇਸ਼ੀਓਜ਼ ਹੈ ਤਾਂ ਜਿੱਦਾਂ ਜੇ ਤੁਸੀਂ ਫਰਜ਼ ਕਰੋ ਤੁਸੀਂ ਜੇ ਜਾਰਜ ਟਾਊਨ ਤੋਂ ਤੁਸੀਂ ਬਰੈਂਪਟਨ 'ਚ ਆ ਜਾਓਗੇ ਤਾਂ ਪੋਸਟਲ ਕੋਡ ਚੇਂਜ ਹੋ ਰਿਹਾ ਸਿਟੀ ਚੇਂਜ ਹੋ ਰਹੀ ਹੈ ਤਾਂ ਤੁਹਾਡਾ ਪ੍ਰਾਈਸ ਤਾਂ ਵਧੂਗਾ ਜਾਂ ਘਟੂਗਾ ਕਿਉਂਕਿ ਬਿਲਕੁਲ ਵਨ ਆਫ ਦਾ ਮੋਸਟ ਇੰਪੋਰਟੈਂਟ ਫੈਕਟਰਸ ਜਿਹੜੇ ਹੈਗੇ ਜਿਹਦਾ ਮਤਲਬ ਬੇਸ ਹੈ ਜਿਹਦੇ ਤੋਂ ਪ੍ਰੀਮੀਅਮ ਕੈਲਕੂਲੇਟ ਹੁੰਦਾ ਪੋਸਟਲ ਕੋਡ ਉਹਨਾਂ 'ਚੋਂ ਇੱਕ ਹੈ ਤਾਂ ਬਿਲਕੁਲ ਚੇਂਜ ਤਾਂ ਹੋਊਗਾ ਹੀ ਉਹ ਅਨਫੋਰਚੂਨੇਟ ਹੈ ਕਈ ਵਾਰੀ ਪ੍ਰਾਈਸ ਬਹੁਤ ਜ਼ਿਆਦਾ ਵੱਧ ਜਾਂਦਾ ਤੁਸੀਂ ਮਿਡ ਟਰਮ ਹੁੰਦੇ ਹੋ ਤੁਸੀਂ ਕੁਛ ਨਹੀਂ ਕਰ ਸਕਦੇ ਬਟ ਅਨਫੋਰਚੂਨੇਟਲੀ ਕਈ ਚੀਜ਼ਾਂ ਇੱਦਾਂ ਦੀਆਂ ਹੈ ਕਿ ਜਿਨ੍ਹਾਂ ਦਾ ਹਾਲੇ ਹਾਲ ਫਿਲਹਾਲ ਇੰਸ਼ੋਰੈਂਸ ਕੰਪਨੀਜ਼ ਇੱਦਾਂ ਨਹੀਂ ਹੈ ਕਿ ਉਹ ਫ੍ਰੀ ਆਫ ਕਾਸਟ ਕੈਂਸਲੇਸ਼ਨ ਦੇ ਦਿੰਦੇ ਇੱਦਾਂ ਦਾ ਕੋਈ ਸੋਲਿਊਸ਼ਨ ਐਟਲੀਸਟ ਮੈਂ ਤਾਂ ਸੁਣਿਆ ਤਾਂ ਨਹੀਂ ਹੈ ਹਾਲੇ ਤੱਕ ਆਪਣੇ ਇੱਕ ਲਿਸਨਰ ਨੇ ਗੈਰੀ ਉਹਨਾਂ ਦਾ ਸਵਾਲ ਹੈ ਜੀ ਕਿ ਡੈਪਰੀਸੀਏਸ਼ਨ ਵੇਵਰ ਜਿਹੜਾ ਹੈਗਾ ਜੇ ਉਹਨਾਂ ਨੇ ਦੇਖਣਾ ਹੋਵੇ ਉਹਨਾਂ ਨੂੰ ਆਪਦੀ ਪਾਲਿਸੀ 'ਚੋਂ ਕਿੱਥੋਂ ਪਤਾ ਲੱਗੂਗਾ ਵੀ ਕਿੰਨਾ ਹੈਗਾ ਉਹ ਜੌਨਸਨ ਯੂਨੀਫੰਡ ਦੇ ਨਾਲ ਉਹ ਇਸ ਵੇਲੇ ਕਰ ਰਹੇ ਨੇ ਜੀ ਉਹ ਕਵਰੇਜਸ ਸੈਕਸ਼ਨ ਦੇ ਅੰਡਰ ਜਾਂ ਐਂਡੋਰਸਮੈਂਟਸ ਦੇ ਅੰਡਰ ਕਈ ਵਾਰੀ ਇੱਕ ਜੇ ਤੁਹਾਡੀ ਗੱਡੀ ਫਾਈਨੈਂਸਡ ਹੈ ਤਾਂ ਉਹ ਨੰਬਰ 43 ਹੁੰਦਾ ਤਾਂ ਜੇ ਤੁਹਾਡੀ ਗੱਡੀ ਲੀਜ਼ਡ ਹੈ ਤਾਂ 43A ਫॉर ਐਲਫਾ ਹਾਂ 43A ਨੰਬਰ OPCF ਉਹਨੂੰ ਕਹਿੰਦੇ OPCF 43 ਫਾਈਨੈਂਸ ਲਈ ਹੁੰਦੀ ਹੈ OPCF 43A ਲੀਜ਼ ਲਈ ਹੁੰਦੀ ਹੈ ਤਾਂ ਇਹਦੇ 'ਚ ਹਰ ਕੰਪਨੀ ਅਲੱਗ-ਅਲੱਗ ਵਰਡਿੰਗ ਯੂਜ਼ ਕਰਦੀ ਹੈ ਕੋਈ ਲਿਖਦੀ ਹੈ ਨਿਊ ਵਹੀਕਲ ਡੈਪਰੀਸੀਏਸ਼ਨ ਵੇਵਰ ਜਾਂ ਕੋਈ ਲਿਖਦੀ ਹੈ ਸਿਰਫ ਰਿਮੂਵਿੰਗ ਡੈਪਰੀਸੀਏਸ਼ਨ ਹਰ ਕੰਪਨੀ ਅਲੱਗ ਲੇਕਿਨ ਆ ਨੰਬਰ ਕਾਮਨਲੀ ਰਨ ਕਰਦਾ 43 ਫਾਈਨੈਂਸ ਲਈ 43A ਲੀਜ਼ ਲਈ ਆਹ ਚੀਜ਼ ਤੁਸੀਂ ਆਪਣੀ ਪਾਲਿਸੀ 'ਚ ਦੇਖ ਸਕਦੇ ਹੋ ਦਵਿੰਦਰ ਹੋਣਾ ਦਾ ਉਹਨਾਂ ਨੇ ਮੈਸੇਜ ਹੈਗਾ ਉਹ ਕਹਿੰਦੇ ਕਿ ਜਦੋਂ ਕਿਤੇ ਕਲੇਮ ਦੀ ਲੋੜ ਹੋਵੇ ਤਾਂ ਕਾਲ ਕਿਹਨੂੰ ਪਹਿਲਾਂ ਕਰਨੀ ਚਾਹੀਦੀ ਹੈ ਬ੍ਰੋਕਰ ਨੂੰ ਜਾਂ ਕੰਪਨੀ ਨੂੰ ਦੇਖੋ ਮੈਂ ਤਾਂ ਆਪਣੇ ਕੇਸ ਬਾਰੇ ਮੈਂ ਕਹਿ ਸਕਦਾ ਮੋਸਟ ਵੈਲਕਮ ਐਨੀ ਟਾਈਮ ਜੇ ਤੁਸੀਂ ਮੇਰੇ ਨਾਲ ਜੁੜੇ ਹੋ ਮੇਰੇ ਕੰਪਨੀ ਨਾਲ ਜੁੜੇ ਹੋ ਮੋਸਟ ਡੈਫੀਨੇਟਲੀ ਜਦੋਂ ਮਰਜ਼ੀ ਲੱਗੇ ਤੁਹਾਨੂੰ ਲੋੜ ਹੈ ਅਸੀਂ ਬਿਲਕੁਲ ਹਾਜ਼ਰ ਹੈ ਤੁਸੀਂ ਕਾਲ ਕਰ ਸਕਦੇ ਹੋ ਜਿਹੜੀ ਬੇਸਿਕ ਗਾਈਡੈਂਸ ਲੱਗਦੀ ਹੈ ਐਟ ਦੈਟ ਪੁਆਇੰਟ ਆਫ ਟਾਈਮ ਕਿਉਂਕਿ ਕਈ ਵਾਰੀ ਲੋਕੀ 10-10 ਸਾਲਾਂ ਤੋਂ ਇੰਸ਼ੋਰੈਂਸ ਲੈ ਲਿੱਤੀ ਹੁੰਦੀ ਲੇਕਿਨ ਉਹਨਾਂ ਦਾ ਨਸੀਬ ਅੱਛਾ ਹੈ ਕਿ ਉਹਨਾਂ ਨੂੰ ਅੱਜ ਤੱਕ ਕਦੀ ਮੌਕਾ ਨਹੀਂ ਲੱਗਿਆ ਕਲੇਮ ਕਰਨ ਦਾ ਤਾਂ ਕਈ ਵਾਰੀ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਕਈ ਵਾਰੀ ਔਨ ਸਪੌਟ ਪੈਨਿਕ ਕਰ ਜਾਂਦੇ ਤਾਂ ਜ਼ਰੂਰ ਕਾਲ ਕਰੋ ਅਸੀਂ ਆਲਵੇਜ਼ ਬੈਠੇ ਹੈ ਗਾਈਡ ਕਰਨ ਲਈ ਆਲਵੇਜ਼ ਦੱਸਣ ਲਈ ਕਿ ਸਟੈਪ ਬਾਈ ਸਟੈਪ ਕੀ ਹੋਣਾ ਹੈ ਲੇਕਿਨ ਉਸ ਤੋਂ ਪਹਿਲਾਂ ਫਰਸਟ ਥਿੰਗ ਤੁਸੀਂ ਆਪਣੀ ਸਿਹਤ ਦੇਖੋ ਜੇ ਤੁਹਾਨੂੰ ਲੱਗਦਾ ਹੈ ਕਿ ਫਿਜ਼ੀਕਲੀ ਤੁਹਾਨੂੰ ਇੰਜਰੀਜ਼ ਹੋਈਆਂ ਪਹਿਲਾਂ 911 ਦੇਖੋ ਡਾਕਟਰ ਨੂੰ ਦੇਖੋ ਪੈਰਾਮੈਡਿਕਸ ਨੂੰ ਦੇਖੋ ਉਸ ਤੋਂ ਬਾਅਦ ਐਨੀ ਗਾਈਡੈਂਸ ਜ਼ਰੂਰ ਬੇਝਿਜਕ ਕਾਲ ਕਰ ਸਕਦੇ ਹੋ ਤੁਸੀਂ ਸਾਨੂੰ ਐਜ਼ ਏਜੰਟਸ ਅਸੀਂ ਆਲਵੇਜ਼ ਹਾਜ਼ਰ ਹੈ ਰੈਡੀ ਹੈਲਪ ਕਰਨ ਲਈ ਜੀ ਪਹਿਲੀ ਗੱਲ ਤਾਂ ਤੁਹਾਡੇ ਵਾਸਤੇ ਤਾਰੀਫ ਆਈ ਹੈ ਜੀ ਬਿਕਰਮਪਾਲ ਹੋਣੇ
ਤੁਹਾਡੇ ਕਸਟਮਰ ਨੇ, ਤੇ ਉਹਨਾਂ ਨੇ ਇੱਥੇ ਮੇਰੇ ਨਾਲ ਸ਼ੇਅਰ ਕੀਤਾ ਕਿ ਕਹਿੰਦੇ ਵੀ ਬਹੁਤ ਵਧੀਆ ਸਰਵਿਸ ਹੈ, ਤੇ ਨਾਲ ਹੀ ਉਹਨਾਂ ਨੇ ਤੁਹਾਡੀ ਕਾਫੀ ਤਾਰੀਫ ਲਿਖੀ ਹੈ ਜੀ। ਬਹੁਤ ਲੰਬਾ ਚੌੜਾ ਮੈਸੇਜ ਹੈ ਉਹਨਾਂ ਦਾ। ਸ਼ੁਕਰੀਆ ਜੀ, ਸ਼ੁਕਰੀਆ ਵਿਕਰਮ ਜੀ, ਸ਼ੁਕਰੀਆ ਜੀ। ਤੁਹਾਨੂੰ ਨਾਲ ਦੀ ਨਾਲ ਹੀ ਫੀਡਬੈਕ ਆ ਰਹੀ ਹੈ। ਥੈਂਕ ਯੂ ਸੋ ਮਚ। ਅੱਛਾ, ਇੱਕ ਸਵਾਲ ਮੇਰਾ ਅੱਗੇ ਸੀਗਾ ਜੀ ਕਿ ਬਹੁਤ ਵਾਰ ਇਹ ਵੀ ਗੱਲ ਕੀਤੀ ਜਾਂਦੀ ਹੈ, ਮੈਸੇਜਸ ਵਾਲੇ ਹੋਰ ਵੀ ਨੇ, ਲੇਕਿਨ ਮੈਂ ਪਹਿਲਾਂ ਥੋੜ੍ਹਾ ਜਿਹਾ ਇੱਥੇ ਲਾਲਚੀ ਹਾਂ ਜੀ, ਮੈਂ ਜਿਹੜੇ ਆਪਦੇ ਮੈਸੇਜ ਹੈ ਮੈਂ ਉਹ ਜ਼ਰੂਰ ਪੁੱਛੂੰਗਾ, ਕਿਉਂਕਿ ਇਹ ਕੁਐਸਚਨ ਵੀ ਇਹਨਾਂ ਨੇ ਭੇਜੇ ਹੋਏ ਆ ਮੈਨੂੰ ਪਹਿਲਾਂ ਜੀ, ਅਲੱਗ-ਅਲੱਗ ਪ੍ਰੋਗਰਾਮਾਂ ਦੇ ਵਿੱਚ ਅਸੀਂ ਜਦੋਂ ਕਰਦੇ ਰਹਿੰਦੇ ਹਾਂ। ਸਾਡੇ ਲਿਸਨਰਸ ਦੇ ਕੁਐਸਚਨ ਨੇ ਇਹ। ਐਂਟੀ ਥੈਫਟ ਟੈਗ ਡਿਵਾਈਸਿਸ ਹੁੰਦੀਆਂ, ਜਾਂ ਆਪਾਂ ਕਈ ਵਾਰ ਸਟੀਅਰਿੰਗ ਵੀਲ ਲੌਕ ਵਗੈਰਾ ਇੱਦਾਂ ਦੀਆਂ ਬਹੁਤ ਸਾਰੀਆਂ ਡਿਵਾਈਸਿਸ ਆਉਂਦੀਆਂ, ਜੇ ਉੱਦਾਂ ਦੀ ਕੋਈ ਇੰਸਟਾਲ ਕੀਤੀ ਹੋਵੇ ਜਿਹੜੀ ਗੱਡੀ ਦੀ ਚੋਰੀ ਤੋਂ ਕੁਛ ਹੱਦ ਤੱਕ ਬਚਾਅ ਕਰ ਸਕਦੀ ਹੈ, ਤਾਂ ਕੀ ਉਹਦੇ ਨਾਲ ਇੰਸ਼ੋਰੈਂਸ ਨੂੰ ਕੋਈ ਫਰਕ ਪੈਂਦਾ? ਜੀ ਇੰਸ਼ੋਰੈਂਸ ਕਈ ਕੰਪਨੀਜ਼ ਇਹਦਾ ਥੋੜ੍ਹਾ ਬਹੁਤਾ ਡਿਸਕਾਊਂਟ ਦਿੰਦੀਆਂ ਜ਼ਰੂਰ ਹੈ, ਮੈਂ ਆਹ ਚੀਜ਼ ਡਿਨਾਈ ਨਹੀਂ ਕਰੂੰਗਾ। ਸਾਡੀ ਕੰਪਨੀ ਡਿਸਕਾਊਂਟ ਨਹੀਂ ਦਿੰਦੀ ਹੈ, ਲੇਕਿਨ ਫਿਰ ਵੀ ਆ ਤੁਹਾਡੇ ਪ੍ਰੋਟੈਕਸ਼ਨ ਲਈ ਹੈ, ਕਿਉਂਕਿ ਡਿਸਕਾਊਂਟ $2-5 ਮਹੀਨੇ ਦੇ ਤੁਸੀਂ ਬਚਾ ਵੀ ਲਓਗੇ। ਮੇਜਰ ਚੀਜ਼ ਕੀ ਹੈ ਕਿ ਤੁਹਾਡੀ ਗੱਡੀ ਬਚਣੀ ਚਾਹੀਦੀ। ਆ ਐਂਟੀ ਥੈਫਟ ਸਿਸਟਮ ਜੇ ਤੁਹਾਡੀ ਗੱਡੀ ਕੁਆਲੀਫਾਈ ਕਰਦੀ ਹੋਗੀ ਜ਼ਰੂਰ ਲਵਾਓ, ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਕੱਲ੍ਹ ਕਈ ਲੋਕਾਂ ਨੇ ਐਡਵਾਂਸ ਟੈਕਨੀਕ ਵੀ ਯੂਜ਼ ਕੀਤੇ, ਐਪਲ 에ਅਰ ਟੈਗ ਲਾ ਦਿੰਦੇ, ਉਹ ਕਿੱਥੇ ਗੱਡੀ 'ਚ ਰੱਖ ਦਿੰਦੇ। ਅਗੇਨ ਬੜਾ ਮਤਲਬ ਥੋਟਫੁਲ ਤਰੀਕਾ ਕਿ ਤੁਸੀਂ ਰੱਖ ਸਕਦੇ ਹੋ। ਕੱਲ ਜੇ ਕੋਈ ਗੱਡੀ ਗੋਡ ਫੋਰਬਿਡ ਚੱਕੀ ਜਾਂਦੀ ਹੈ ਤਾਂ ਤੁਸੀਂ ਐਟਲੀਸਟ ਲਾਈਵ ਟਰੈਕ ਕਰ ਸਕਦੇ ਹੋ। ਐਂਡ ਇੰਨੀ ਛੋਟੀ ਜਿਹੀ ਚੀਜ਼ ਹੈ ਕਿ ਕਦੀ ਚੋਰਾਂ ਨੂੰ ਮਿਲ ਵੀ ਨਾ ਸਕੇ। ਇੰਨੀ ਛੋਟੀ ਜਿਹੀ ਤੁਸੀਂ 2 ਸੀਟਾਂ ਵਿੱਚ ਵੀ ਜੇ ਤੁਸੀਂ ਰੱਖ ਦੋਗੇ, ਕਦੀ ਕੋਈ ਚੋਰ ਸੋਚੂਗਾ ਵੀ ਨਹੀਂ ਕਿ ਸੀਟ ਪੱਟ ਕੇ ਅਸੀਂ ਦੇਖ ਲਈਏ ਜੀ ਕਿਤੇ 에ਅਰ ਟੈਗ ਤਾਂ ਨਹੀਂ ਹੈ, ਉਹ ਕਿਤੇ ਵੀ ਲੁਕੋਇਆ ਜਾ ਸਕਦਾ ਉਹਨੂੰ। ਬਿਲਕੁਲ। ਸਾਡੇ ਕਈ ਸ਼ੋਜ਼ ਦੇ ਵਿੱਚ ਕਈ ਦੋਸਤਾਂ ਨੇ ਇਸ ਤਰ੍ਹਾਂ ਦੇ ਐਕਸਪੀਰੀਅੰਸ ਸਾਂਝੇ ਵੀ ਕੀਤੇ ਆ ਜਿਹਦੇ ਵਿੱਚ ਗੱਡੀਆਂ ਰਿਕਵਰ ਹੋਈਆਂ। ਅੱਛਾ, ਇੱਕ ਸਵਾਲ ਜਿਹੜਾ ਹੈਗਾ ਉਹ ਆਪਣੇ ਇੱਕ ਕਾਲਰ ਨੇ ਇੱਕ ਦਿਨ ਮੇਰੇ ਨਾਲ ਇਸੇ ਦੇ ਮੈਸੇਜ 'ਤੇ ਸਾਂਝਾ ਕੀਤਾ ਸੀਗਾ, ਸ਼ਾਇਦ ਇਸ ਵੇਲੇ ਸੁਣ ਵੀ ਰਹੇ ਹੁਣ ਉਹ ਸੀਗਾ ਕਿ ਉਹਨਾਂ ਦੀ ਕਾਰ ਚੋਰੀ ਹੋ ਗਈ। ਮੈਂ ਇੱਕ ਕੇਸ ਸਟੱਡੀ ਤੁਹਾਡੇ ਨਾਲ ਸ਼ੇਅਰ ਕਰਦਾ ਜਿਹਦੇ ਤੋਂ ਤੁਹਾਡੀ ਰਾਏ ਆਪਾਂ ਲੈਂਦੇ ਹਾਂ। ਉਹਨਾਂ ਦੀ ਕਾਰ ਚੋਰੀ ਹੋ ਗਈ, ਸਪੋਜ਼ ਅੱਜ ਕਾਰ ਚੋਰੀ ਹੋਈ, ਪੁਲਿਸ ਰਿਪੋਰਟ ਹੋ ਗਈ, ਸਭ ਕੁਛ ਹੋ ਗਿਆ। ਜਿਵੇਂ ਆਮ ਕਰਕੇ ਜਦੋਂ ਗੱਡੀ ਚੋਰੀ ਹੁੰਦੀ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਗੰਗਾ ਗਏ ਹੱਡ ਕਦੇ ਮੁੜੇ ਨਹੀਂ, ਤੇ ਉਹਨੂੰ ਉਮੀਦ ਨਹੀਂ ਸੀ ਵੀ ਪਤਾ ਨਹੀਂ ਮੇਰੀ ਕਾਰ ਮਿਲਣੀ ਹੈ, ਜੇ ਮਿਲਣੀ ਹੈ ਤਾਂ ਪਤਾ ਨਹੀਂ ਕਦੋਂ ਮਿਲੂਗੀ, ਜੇ ਮਿਲੂਗੀ ਤਾਂ ਕਿਸ ਹਾਲਤ 'ਚ ਮਿਲੂਗੀ, ਡੋਂਟ ਨੋ। ਹੁਣ ਉਹਨਾਂ ਦਾ ਕੰਮ ਇਸ ਤਰ੍ਹਾਂ ਦਾ ਸੀ, ਉਹਨਾਂ ਨੂੰ ਇਮੀਡੀਏਟਲੀ ਨਵੀਂ ਕਾਰ ਖਰੀਦਣੀ ਪੈ ਗਈ, ਜਾਂ ਉਹਨਾਂ ਨੇ ਨਵੀਂ ਕਾਰ ਅਕਵਾਇਰ ਕਰ ਲਈ ਨੈਕਸਟ ਡੇ। ਜਦੋਂ ਉਹਨਾਂ ਨੇ ਕਾਰ ਲੈ ਲਈ ਸੀ, ਉਸ ਤੋਂ ਅਗਲੇ ਦਿਨ ਸਹੀ ਸਲਾਮਤ ਹਾਲ ਦੇ ਵਿੱਚ ਉਹਨਾਂ ਦੀ ਪੁਲਿਸ ਨੇ ਕਾਰ ਲੱਭ ਕੇ ਉਹਨਾਂ ਨੂੰ ਦੇਤੀ ਵੀ ਤੁਹਾਡੀ ਆਹ ਕਾਰ ਲੱਭ ਗਈ। ਹੁਣ ਉਹ ਮੈਨੂੰ ਪੁੱਛ ਰਹੇ ਸੀ, ਕਹਿੰਦੇ ਮੈਨੂੰ ਇਸ ਸਥਿਤੀ 'ਚ ਕੀ ਕਰਨਾ ਚਾਹੀਦਾ ਸੀਗਾ ਵੀ ਹੁਣ ਮੈਨੂੰ ਇੰਸ਼ੋਰੈਂਸ ਵੀ ਨਹੀਂ ਮਿਲਣੀ, ਪੁਰਾਣੀ ਕਾਰ ਲੱਭ ਗਈ, ਨਵੀਂ ਵੀ ਮੈਂ ਲੈ ਚੁੱਕਿਆ। ਸੋ ਇਹਦੇ 'ਤੇ ਤੁਹਾਡਾ ਕੋਈ ਰਾਏ ਐਜ਼ ਏ ਐਕਸਪਰਟ ਕੀ ਦੇਣਾ ਚਾਹੋਗੇ? ਦੇਖੋ ਜੀ 99.9% ਮੈਂ ਜਿੰਨੀ ਪਾਲਿਸੀਆਂ ਅੱਜ ਦਿਨ ਤੱਕ ਇੰਨੇ ਸਾਲਾਂ 'ਚ ਮੈਂ ਦੇਖੀਆਂ ਨਾ, ਹਰੇਕ 'ਚ ਇੱਕ ਚੀਜ਼ ਹੁੰਦੀ ਹੈ ਟਰਾਂਸਪੋਰਟੇਸ਼ਨ ਰਿਪਲੇਸਮੈਂਟ। ਮਤਲਬ ਜੇ ਤਾਂ ਕੋਈ ਕਲੇਮ ਆ ਗਿਆ, ਤੁਹਾਡੀ ਗੱਡੀ ਰਿਪੇਅਰ ਹੋਣ ਗਈ ਹੈ ਜਾਂ ਤੁਹਾਡੇ ਕੇਸ ਸਪੈਸੀਫਿਕ ਜਿੱਦਾਂ ਗੱਡੀ ਚੱਕੀ ਗਈ ਹੈ, ਤੁਹਾਡੇ ਕੋਲ ਸਰਟਨ ਅਮਾਊਂਟ ਹੁੰਦੀ ਹੈ, ਕਿਸੇ ਕੋਲ 900, ਕਿਸੇ ਕੋਲ 1200, ਕਿਸੇ ਕੋਲ $1500 ਹੁੰਦੇ ਰੈਂਟਲ ਕਾਰ ਟੂਵਰਡਸ। ਹਮੇਸ਼ਾ ਉਹ ਅਮਾਊਂਟ ਯੂਜ਼ ਕਰੋ, ਰੈਂਟਲ ਕਾਰ ਲਓ ਸਸਤੀ ਤੋਂ ਸਸਤੀ। ਸ਼ੌਕ ਪੂਰੇ ਕਰਨ ਲਈ ਐਵੇਂ ਉਹ ਅਮਾਊਂਟ ਪਹਿਲਾਂ ਹੀ ਨਾ ਖਤਮ ਕਰ ਦਿਓ। ਸਸਤੀ ਤੋਂ ਸਸਤੀ ਰੈਂਟਲ ਕਰ ਲਓ। ਵੇਟ ਜਦੋਂ ਤੱਕ ਤੁਹਾਨੂੰ ਕਲੇਮਸ ਕੰਪਨੀ ਵੱਲੋਂ, ਕਿਉਂਕਿ ਕਲੇਮ ਸਰਟਨ ਟਾਈਮ ਤੱਕ ਓਪਨ ਰਹਿੰਦਾ, ਖਾਸ ਕਰ ਅੱਜ ਕੱਲ੍ਹ ਕੰਪਨੀ 15 ਦਿਨ 20 ਦਿਨ ਕਈ ਵਾਰੀ 25 ਦਿਨ ਵੀ ਰੁਕਦੀ ਹੈ। ਜਦੋਂ ਤੱਕ ਉਸ ਤੋਂ ਬਾਅਦ ਕੰਪਨੀ ਡਿਕਲੇਅਰ ਕਰਦੀ ਹੈ ਓਕੇ ਹੁਣ ਚਾਂਸਸ ਆਰ ਵੈਰੀ ਸਲਿਮ ਕਿ ਗੱਡੀ ਮਿਲੂਗੀ, ਹੁਣ ਅਸੀਂ ਕਲੇਮ ਕਲੋਜ਼ ਕਰਦੇ ਪਏ, ਤੁਹਾਨੂੰ ਇੰਨੀ ਸੈਟਲਮੈਂਟ ਮਿਲਣੀ ਹੈ। ਓਕੇ, ਇੱਕ ਵਾਰੀ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕਲੇਮ ਕੰਪਨੀ ਬੰਦ ਕਰਕੇ ਸੈਟਲ ਕਰ ਰਹੀ ਹੈ, ਦੈਟ ਇਜ਼ ਦ ਟਾਈਮ ਤੁਸੀਂ ਜਾ ਕੇ ਗੱਡੀ ਨਵੀਂ ਦੇਖ ਸਕਦੇ ਹੋ। ਤੁਸੀਂ ਉਸ ਤੋਂ ਪਹਿਲਾਂ ਜੇ ਘਬਰਾਹਟ ਕਰਕੇ ਤੁਸੀਂ ਨਵੀਂ ਗੱਡੀ ਲੈ ਲਈ, ਮਤਲਬ ਆਲ ਰਿਸਪੈਕਟ, ਉਹ ਬੰਦਾ ਥੋੜਾ ਜਿਹਾ ਉਹ ਜਲਦੀ ਜ਼ਿਆਦਾ ਕਾਲੀ ਕਰ ਗਏ, ਉਹਨਾਂ ਨੂੰ ਇੰਨੀ ਜਲਦੀ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਗਾਈਡੈਂਸ ਨਹੀਂ ਸਹੀ ਮਿਲੀ ਫਿਰ। ਬਿਲਕੁਲ। ਜਾਂ ਕਈ ਵਾਰੀ ਜਿਹੜੇ ਡੀਲਰਸ਼ਿਪ ਵਾਲੇ ਬੰਦੇ ਹੀ ਹੁੰਦੇ ਨਾ, ਉਹ ਫਟਾਫਟ ਘਬਰਾਹਟ ਕਰਦੇ ਕਿਉਂਕਿ ਉਹਨਾਂ ਨੂੰ ਵੀ ਇੱਕ ਹੋਰ ਸੇਲ ਮਿਲਦੀ ਪਈ ਹੈ। ਉਹ ਕਹਿੰਦੇ ਨਹੀਂ ਜੀ ਹੁਣ ਕਿੱਥੋਂ ਮਿਲਣੀ, ਤੁਸੀਂ ਫਟਾਫਟ ਜੀ ਦੂਜੀ ਗੱਡੀ ਲੈ ਲਓ। ਅੱਜ ਕੱਲ੍ਹ ਤਾਂ ਗੱਡੀਆਂ ਮਿਲਦੀ ਵੀ ਨਹੀਂ। ਬੜੀ ਕਲਾਸੀਕਲ ਐਗਜ਼ਾਮਪਲ ਹੁੰਦਾ ਉਹਨਾਂ ਦਾ ਕਿ ਅੱਜ ਕੱਲ੍ਹ ਗੱਡੀਆਂ ਦੀ ਵੇਟਿੰਗ ਬਹੁਤ ਹੈ, ਮੇਰੇ ਕੋਲ ਖੜੀ ਹੈ, ਚੱਕ ਲਓ। ਤਾਂ ਸੋ ਦੋਸਤੋ, ਇਹ ਇੱਕ ਬੜੀ ਅਹਿਮ ਜਾਣਕਾਰੀ ਜਾਂ ਕਹਿ ਲਓ ਇੱਕ ਬੜੀ ਅਹਿਮ ਇਨਫੋਰਮੇਸ਼ਨ ਹੈ। ਠੀਕ ਹੈ, ਜਦੋਂ ਆਪਣੇ ਕੋਲੋਂ ਇਹੋ ਜਿਹਾ ਨੁਕਸਾਨ ਹੋਇਆ ਹੋਵੇ ਤਾਂ ਉਸ ਵੇਲੇ ਬੰਦਾ ਇਸ ਹਾਲਤ 'ਚ ਨਹੀਂ ਹੁੰਦਾ ਕਿ ਉਹ ਸਹੀ ਕੋਈ ਡਿਸੀਜਨ ਲੈ ਪਾਵੇ। ਤਾਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਉਸ ਵੇਲੇ ਆਪਾਂ ਨੂੰ ਕਿਸੇ ਸਮਝਦਾਰ ਜਾਂ ਕਿਸੇ ਮਾਹਰ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਭਾਜੀ, ਆਪਣੇ ਗੈਰੀ ਹੋਣੀ ਅਤੇ ਹੋਰ ਕਈ ਦੋਸਤ ਜਿਹੜੇ ਹੈਗੇ ਆ ਤੁਹਾਡੀ ਕੰਟੈਕਟ ਇਨਫੋਰਮੇਸ਼ਨ ਮੰਗ ਰਹੇ ਆ। ਵੈਸੇ ਤਾਂ ਆਪਾਂ ਸ਼ੇਅਰ ਕਰਨੀ ਹੈ ਐਂਡ 'ਤੇ, ਪਰ ਇੱਕ ਵਾਰੀ ਤੁਸੀਂ ਦੱਸ ਦਿਓ, ਕਿਉਂਕਿ ਕਈ ਵਾਰੀ ਕਿਸੇ ਦਾ ਕਨੈਕਸ਼ਨ ਟੁੱਟ ਜਾਂਦਾ ਜਾਂ ਕਿਸੇ ਦਾ ਕੁਛ ਸਟੇਸ਼ਨ ਆ ਜਾਂਦਾ, ਕਿਸੇ ਨੇ ਰੁਕਣਾ ਹੁੰਦਾ। ਜੀ ਜ਼ਰੂਰ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 647 917 2693 647 917 2693। ਜੀ ਆਯੂ ਜੀ, ਇੱਕ CTV ਦੇ ਉੱਤੇ 14 ਜੁਲਾਈ ਨੂੰ ਇੱਕ ਖਬਰ ਨਸ਼ਰ ਹੋਈ ਸੀਗੀ
ਜਿਹਦੇ ਵਿੱਚ ਪਾਮੇਲਾ ਐਪਲ ਨਾਂ ਦੀ ਇੱਕ ਔਰਤ ਜੋ ਕਿ ਮਿਸੀਸਾਗਾ ਦੀ ਹੈ, 2017 ਮਾਡਲ ਦੀ ਮਰਸੀਡੀਜ਼ ਬੈਂਜ਼ ਉਹ ਚਲਾ ਰਹੇ ਸੀ ਅਤੇ ਉਹ ਚਲਾਉਂਦੇ ਹੋਏ ਹਾਈਵੇ ਦੇ ਉੱਪਰ ਉਹਨਾਂ ਦੀ ਕਾਰ ਦਾ ਟਾਇਰ ਖੁੱਲ੍ਹ ਗਿਆ। ਟਾਇਰ ਉਹ ਖੁੱਲ੍ਹਿਆ ਅਤੇ ਕਾਰ ਦਾ ਫਰੰਟ ਟਾਇਰ ਸੀਗਾ। ਉਸ ਤੋਂ ਬਾਅਦ ਉਹ ਜੰਪ ਹੁੰਦਾ ਹੋਇਆ ਉਹ ਸਾਈਡ ਦੇ ਉੱਤੇ ਕਿਸੇ ਓਪਨ ਸਪੇਸ ਦੇ ਵਿੱਚ ਚਲਿਆ ਗਿਆ ਅਤੇ ਉਹਨਾਂ ਦੀ ਆਪਣੀ ਕਾਰ ਦਾ ਜਿਹੜਾ ਨੁਕਸਾਨ ਸੀ ਉਹ $2000 ਦਾ ਹੋਇਆ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਤਾਂ ਉਹਨਾਂ ਨੂੰ ਬੜੀ ਹੈਰਾਨੀ ਹੋਈ ਕਿ ਕੰਪਨੀ ਕਹਿੰਦੀ ਜੀ ਜਿਹੜਾ ਇਹ ਟਾਇਰ ਸੀ ਕਿਉਂਕਿ ਕਿਸੇ ਚੀਜ਼ ਨੂੰ ਹਿੱਟ ਨਹੀਂ ਹੋਇਆ, ਅਸੀਂ ਇਹਨੂੰ ਐਕਸੀਡੈਂਟ ਕੰਸੀਡਰ ਨਹੀਂ ਕਰਦੇ। ਮਕੈਨਿਕ ਨੇ ਇੰਸਪੈਕਸ਼ਨ ਦੇ ਵਿੱਚ ਇਹ ਪਾਇਆ ਕਿ ਜਿਹੜੇ ਉਹਦੇ ਨਟ ਸੀਗੇ ਉਹ ਜ਼ਿਆਦਾ ਟਾਈਟ ਕੀਤੇ ਹੋਏ ਸੀ, ਜਿਹਦੇ ਕਰਕੇ ਉਹ ਟੁੱਟ ਹੀ ਗਏ ਅਤੇ ਉਹਦੇ ਕਰਕੇ ਉਹ ਖੁੱਲ੍ਹਿਆ। ਅਤੇ ਇਹਨੂੰ ਜਿਹੜਾ ਦਾ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਹੈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਨੁਕਸਾਨ ਆ ਉਹ ਕਵਰ ਹੋਏਗਾ ਇੰਸ਼ੋਰੈਂਸ ਪੋਲਿਸੀ ਦੇ ਵਿੱਚ, ਪਰ ਹੁੰਦਾ ਨਹੀਂ। ਇਸ ਤਰ੍ਹਾਂ ਦੇ ਸਿਨਾਰੀਓ ਨੂੰ ਤੁਸੀਂ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਸਮਝਾਓ ਵੀ ਕਿਸ ਕੇਸ ਦੇ ਵਿੱਚ ਸਾਡਾ ਕਲੇਮ ਬਣਦਾ, ਕਿਸ 'ਚ ਨਹੀਂ ਬਣਦਾ। ਬਿਲਕੁਲ ਜੀ, ਸਵਾਲ ਕਾਫੀ ਕਾਮਨ ਹੈ, ਮੈਂ ਵੀ ਉਹ ਆਰਟੀਕਲ ਪੜ੍ਹਿਆ ਸੀ ਜੀ। ਤਾਂ ਦੇਖੋ, ਇੰਸ਼ੋਰੈਂਸ ਬਾਰੇ ਇੱਕ ਚੀਜ਼ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੰਸ਼ੋਰੈਂਸ ਦਾ ਕਾਰਨ ਕੋਈ ਕੋਲੀਜਨ ਜਾਂ ਕੋਈ ਥੈਫਟ ਜਾਂ ਕੁਝ ਇੱਦਾਂ ਦਾ ਕਾਰਨ ਹੋਣਾ ਚਾਹੀਦਾ। ਕਾਰਨ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਸ਼ੋਰੈਂਸ ਕੋਈ ਵੇਅਰ ਐਂਡ ਟੇਅਰ ਪ੍ਰੋਟੈਕਸ਼ਨ ਪੈਕੇਜ ਨਹੀਂ ਹੈ ਗੱਡੀ ਦਾ ਜਿਹੜਾ ਤੁਸੀਂ ਲਿਆ ਕਿ ਕੱਲ੍ਹ ਗੱਡੀ 'ਚ ਕੁਝ ਵੀ ਨੁਕਸਾਨ ਹੁੰਦਾ ਸਭ ਕੁਝ ਕਵਰਡ ਹੈ। ਆਹ ਚੀਜ਼ ਨੂੰ ਜਾਣਨਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜਾ ਤੁਸੀਂ ਕਿਹਾ, ਆਈ ਐਮ ਗਲੈਡ ਕਿ ਉਹਨਾਂ ਨੇ ਪੂਰਾ ਪਤਾ ਕਰਾਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਨਟ ਬੋਲਟ ਬਹੁਤ ਜ਼ਿਆਦਾ ਟਾਈਟ ਹੋ ਗਏ ਤਾਂ ਟੁੱਟ ਹੀ ਗਏ ਜੀ। ਆਹ ਆਉਂਦਾ ਵੇਅਰ ਐਂਡ ਟੇਅਰ ਦੇ ਅੰਡਰ, ਗੱਡੀ ਦੇ ਵੇਅਰ ਐਂਡ ਟੇਅਰ ਦੇ ਅੰਡਰ। ਆਹ ਨੈਗਲੀਜੈਂਸ ਸੀਗੀ, ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਸੀ ਕਿਉਂਕਿ ਨੈਗਲੀਜੈਂਸ ਇੱਦਾਂ ਦੀ ਵੇਅਰ ਐਂਡ ਟੇਅਰ ਜਾਂ ਮਕੈਨੀਕਲ ਫੇਲੀਅਰਸ ਆਹ ਸਾਰੀ ਚੀਜ਼ਾਂ ਇੰਸ਼ੋਰੈਂਸ ਕਵਰ ਨਹੀਂ ਕਰਦੀ ਜੀ। ਹਾਂਜੀ। ਅਤੇ ਇੱਕ ਜਿਹੜਾ ਹੈਗਾ ਥਰਡ ਪਾਰਟੀ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ ਥੋੜ੍ਹਾ ਜਿਹਾ ਹੋਰ ਜਿਹੜਾ ਤੁਸੀਂ ਪਹਿਲਾਂ ਜਿਵੇਂ ਦੱਸਿਆ ਸੀਗਾ ਇਹਦੇ ਵਿੱਚ ਸੰਖੇਪ ਦੇ ਵਿੱਚ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਹੈਗੇ ਆ ਉਹ ਊਬਰ ਵਗੈਰਾ ਵੀ ਕਰਦੇ ਆ, ਸਕਿਪ ਕਰਦੇ ਆ, ਇਹਨਾਂ ਕੇਸਿਸ ਦੇ ਵਿੱਚ ਇਹਨਾਂ ਨੂੰ ਕਿਹੜੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ, ਕਿਹੜੀ ਨਹੀਂ ਲੈਣੀ ਚਾਹੀਦੀ, ਇਹਦੇ ਬਾਰੇ 'ਚ ਵੀ ਥੋੜ੍ਹਾ ਜਿਹਾ ਜਾਣਕਾਰੀ ਦਿਓ। ਬਿਲਕੁਲ ਜੀ, ਬਿਲਕੁਲ। ਜੇ ਤਾਂ ਤੁਸੀਂ ਫੁੱਲ ਟਾਈਮ ਸਕਿਪ ਜਾਂ ਊਬਰ ਕਰਦੇ ਹੋ, ਤੁਹਾਡਾ ਗੱਡੀ ਦਾ ਕਾਰਨ ਲੈਣਾ ਹੀ ਸਿਰਫ ਉਹੀ ਹੈ ਕਿ ਤੁਸੀਂ ਫੁੱਲ ਟਾਈਮ ਊਬਰ ਕਰਦੇ ਹੋ। ਮੇਰੀ ਬੇਨਤੀ ਰਹੂਗੀ ਕਿ ਹਮੇਸ਼ਾ ਕੋਈ ਕਮਰਸ਼ੀਅਲ ਇੰਸ਼ੋਰੈਂਸ ਦੇਖੋ ਕਿਉਂਕਿ ਕੱਲ੍ਹ ਜੇ ਤਾਂ ਗੱਡੀ ਨੂੰ ਕੁਝ ਵੀ ਹੁੰਦਾ ਹੈ ਤਾਂ ਤੁਹਾਡੀ ਕੰਪਨੀ ਤੁਹਾਡਾ ਸਾਥ ਦੇਵੇ। ਜੇ ਤੁਸੀਂ 10, 20, 30, 50 ਬਚਾਉਣ ਪਿੱਛੇ ਜੇ ਤੁਸੀਂ ਕੰਪਨੀ ਨੂੰ ਆਹ ਕਹੋਗੇ ਕਿ ਜੀ ਮੈਂ ਤਾਂ ਗੱਡੀ ਆਪਣੇ ਆਪ ਲਈ ਯੂਜ਼ ਕਰਦਾ ਤਾਂ ਤੁਸੀਂ ਕੱਲ੍ਹ ਫੁੱਲ ਟਾਈਮ ਸਕਿਪ ਜਾਂ ਊਬਰ ਕਰਦੇ ਪਏ ਹੋ ਤਾਂ ਤੁਹਾਡੇ ਲਈ ਕਲੇਮ ਦੇ ਟਾਈਮ ਔਖਾ ਹੋ ਜਾਣਾ। ਕਈ ਵਾਰੀ ਬੰਦੇ ਆ ਸਵਾਲ ਪੁੱਛਦੇ ਜੀ ਕਿ ਕਈ ਹੁੰਦੇ ਜਨਾਬ ਕਹਿੰਦੇ ਕਿ ਕੰਪਨੀ ਨੂੰ ਕਿੱਦਾਂ ਪਤਾ ਲੱਗੂਗਾ ਜੀ। ਹਾਂਜੀ, ਲੇਕਿਨ ਮੈਂ ਕਹਿੰਦਾ ਆਹ ਰਿਸਕ ਇਟਸ ਨਾਟ ਵਰਥ ਇਟ ਕਿਉਂਕਿ ਤੁਸੀਂ ਜਿਹੜੀ ਚੀਜ਼ ਨਾਲ ਰਿਸਕ ਕਰ ਰਹੇ ਹੋ $25-30 ਹਜ਼ਾਰ ਦੀ ਚੀਜ਼ ਹੈ। ਕਿਉਂ ਤੁਸੀਂ 10, 20, 30, $40 ਪਿੱਛੇ ਤੁਸੀਂ ਆ ਪੀਸ ਆਫ ਮਾਈਂਡ ਤੁਹਾਡਾ ਰਹੂਗਾ ਜੇ ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਨਾਲ ਹੀ ਜਾਂਦੇ ਹੋ। ਜੇ ਤੁਸੀਂ ਪਾਰਟ ਟਾਈਮ ਕਰਦੇ ਹੋ, ਕਾਫੀ ਸਾਰੀ ਕੰਪਨੀਜ਼ ਹੈ ਜਿੱਦਾਂ ਕਿ ਮੇਰੀ ਆਪਣੀ ਕੰਪਨੀ ਹੈ, ਉਹ ਤੁਹਾਨੂੰ ਹਫਤੇ ਦੇ 20 ਘੰਟੇ ਪਾਰਟ ਟਾਈਮ ਲਈ ਫ੍ਰੀ ਆਫ ਕਾਸਟ ਕਵਰ ਕਰਦੀ ਹੈ, ਨੋ ਐਕਸਟਰਾ ਚਾਰਜ, ਤਾਂ ਉਹ ਵੀ ਕਰਵਾ ਸਕਦੇ ਹੋ। ਲੇਕਿਨ ਜੇ ਤੁਸੀਂ ਫੁੱਲ ਟਾਈਮ ਆਹੀ ਕਰਨਾ ਹੈ, ਮੇਰੀ ਬੇਨਤੀ ਹੈ ਕਿ ਪਲੀਜ਼ ਕਮਰਸ਼ੀਅਲ ਇੰਸ਼ੋਰੈਂਸ ਹੀ ਲਓ। ਇੰਸ਼ੋਰੈਂਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਆਪਣੇ ਜਿਹੜੇ ਦੋਸਤ ਹੈਗੇ ਆ ਜੀ ਉਹ ਕਈ ਵਾਰ ਫਿਰ ਖਤਰਾ ਮੁੱਲ ਵੀ ਲੈ ਲੈਂਦੇ ਆ, ਡੋਂਟ ਨੋ। ਲੇਕਿਨ ਪਿਛਲੇ ਦਿਨੀ ਜਿਹੜੇ ਇੱਕ ਨੌਜਵਾਨ ਦੀ ਜਾਨ ਚਲੀ ਗਈ, ਉਹ ਇੱਕ ਬੜਾ ਮੰਦਭਾਗਾ ਜਿਹੜਾ ਹੈਗਾ ਆਪਣੇ ਸਾਹਮਣੇ ਵਰਤਾਰਾ ਹੋਇਆ। ਕੋਈ ਵੀ ਦੋਸਤ ਜਿਹੜਾ ਹੈਗਾ ਜੀ ਉਹ ਕਾਰ ਨੂੰ ਲੈ ਕੇ ਜਾਂ ਕਿਸੇ ਵੀ ਆਪਣੀ ਪ੍ਰੋਪਰਟੀ ਨੂੰ ਲੈ ਕੇ ਕਿਸੇ ਨਾਲ ਝਗੜਾ ਨਾ ਕਰੇ, ਲੇਕਿਨ ਇੰਸ਼ੋਰੈਂਸ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਹੈ। ਆਯੂਸ਼ ਜੀ, ਇਸ ਤੋਂ ਪਹਿਲਾਂ ਕਿ ਆਪਾਂ ਸਮਾਪਤੀ ਕਰੀਏ, ਤੁਹਾਡੇ ਕੋਈ ਕਲੋਜ਼ਿੰਗ ਵਰਡਸ ਅਤੇ ਤੁਹਾਡੀ ਕੰਟੈਕਟ ਇਨਫੋਰਮੇਸ਼ਨ, ਤੁਹਾਨੂੰ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ, ਤੁਹਾਡਾ ਈਮੇਲ ਜਾਂ ਜਿਸ ਵੀ ਤਰੀਕੇ ਨਾਲ ਆਪਣਾ ਆਫਿਸ ਦਾ ਐਡਰੈਸ ਇੱਕ ਵਾਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਸਵਾਲ ਜਿਹੜੇ ਹੈਗੇ ਆ ਉਹ ਅਜੇ ਸਕਰੀਨ ਦੇ ਉੱਤੇ ਖੜੇ ਰਹਿ ਗਏ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਨੂਜਾ ਸ਼ਰਮਾ ਸਾਡੇ ਨਾਲ ਪੰਜਾਬ ਤੋਂ ਜੁੜ ਚੁੱਕੇ, ਉਹਨਾਂ ਨੇ ਪੰਜਾਬ ਦੀਆਂ ਖਬਰਾਂ ਦੇਣੀਆਂ, ਸੋ ਤਾਂ ਕਿ ਸਾਡੇ ਦੋਸਤ ਤੁਹਾਨੂੰ ਕਾਲ ਕਰ ਸਕਣ। ਰਾਈਟ ਟਾਈਮ ਟੂ ਕਾਲ ਯੂ ਅਤੇ ਨੰਬਰ ਕਿਹੜੇ 'ਤੇ ਕਾਲ ਕਰਨਾ ਹੈ? ਬਿਲਕੁਲ ਜੀ, ਫਰਸਟਲੀ ਤਾਂ ਥੈਂਕ ਯੂ ਸੋ ਮਚ ਜਤਿੰਦਰ ਜੀ ਵੰਸ ਅਗੇਨ। ਮੈਨੂੰ ਵੀ ਕਾਫੀ ਕੁਝ ਹਲੇ ਹੋਰ ਸ਼ੇਅਰ ਕਰਨਾ ਸੀ ਬਟ ਚਲੋ ਕੋਈ ਨਹੀਂ, ਇਸ ਵਾਰੀ ਨਹੀਂ, ਕਿਸੇ ਹੋਰ ਟਾਈਮ ਆਪਾਂ ਹੋਰ ਹਜੇ ਸ਼ੋਅ ਅੱਗੇ ਕਰਾਂਗੇ ਸਰ, ਪਲਾਨ ਕਰਕੇ ਆਪਾਂ ਹੋਰ ਸ਼ੋਅ ਇਹਦੇ 'ਤੇ ਅੱਗੇ ਲੈ ਕੇ ਆਵਾਂਗੇ। ਜ਼ਰੂਰ ਜੀ, ਜ਼ਰੂਰ। ਬਟ ਬਾਕੀ ਲਿਸਨਰਸ ਦਾ ਜੇ ਕੋਈ ਵੀ ਸਵਾਲ ਹੋਊਗਾ ਤੁਸੀਂ ਮੈਨੂੰ ਕਦੇ ਵੀ ਫੋਨ ਕਰ ਸਕਦੇ ਹੋ 647 917 2693 647 917 2693। ਮੈਂ ਆਲ ਸਟੇਟ ਇੰਸ਼ੋਰੈਂਸ ਕੰਪਨੀ ਲਈ ਕੰਮ ਕਰਦਾ, ਮੇਰਾ ਆਫਿਸ ਹੈ ਸਟੋਨੀ ਕ੍ਰੀਕ, ਲੇਕਿਨ ਮੈਂ ਆਲ ਓਵਰ ਓਨਟਾਰੀਓ ਕੋਈ ਵੀ ਇੰਸ਼ੋਰੈਂਸ ਨੀਡ ਨੂੰ ਮੈਂ ਪੂਰੀ ਕਰ ਸਕਦਾ। ਤਾਂ प्लीज़ मुझे कॉल कीजिएगा 647 917 2693।
ਥੈਂਕ ਜੀ। ਯੂ ਸੋ ਮਚ ਜਤਿੰਦਰ ਜੀ। ਆਯੂਸ਼ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਬਿਜ਼ੀ ਸਕੈਜੂਲ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਤੇ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਸੀਂ ਉਮੀਦ ਕਰਦੇ ਹਾਂ ਅੱਗੇ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਸ਼ੋਅ ਹੈਗੇ ਆ ਇਸ ਵਿਸ਼ੇ ਨੂੰ ਲੈ ਕੇ, ਕਿਉਂਕਿ ਬਹੁਤ ਸੈਂਸਿਟਿਵ ਵਿਸ਼ਾ ਤੇ ਇਸ ਵਿਸ਼ੇ ਨੂੰ ਲੈ ਕੇ ਆਪਾਂ ਆਪਣੇ ਦੋਸਤਾਂ ਨੂੰ ਹੋਰ ਜਾਣਕਾਰੀ ਦੇ ਪਾਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਸਮਾਂ ਕੱਢਣ ਲਈ। ਜ਼ਰੂਰ, ਸ਼ੁਕਰੀਆ ਜੀ।